ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। श्री गुरु रामदास गुण गावो, श्री अर्जन विघ्नन के नाशक, विघ्नन के नाशक। श्री हर गोबिंद शुभ सुमत प्रकार राय। नमो कर जोरी, नमो कर जोरी। श्री हर कृष्ण मनाओ बहोरी। गुर तेग बहादुर परम कृपाला, परम कृपाला। श्री गुरु गोबिंद सिंह विसाला। तहरों तहरा पर पुन पुन सीसा, पुन पुन सीसा। बंदों बार बार जगदीसा। जिसमें है अमृत ज्ञान है, माणिक भगत वैराग। श्री गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार। तिन संतन को बंदना, सिर चरणन पर तार। एकंकारा सतगुरु तेह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जी। दोहरा गुरबानी पर खुरच तो जमी जामनी जोए। करत बटोरन टोर कर, बोह टोरन ते सोए। वाहिगुरु जी का खालसा, वाहिगुरु जी की फतेह। जुगो जुग अटल चबर छत्र तखत दे मालक, राजान राज भानान भान। देवान देव उपमा महान, कोट ब्रह्मंडा दे मालक जागदी जोत। जाहर जहूर हाजरा हजूर, सर्ब कला भरपूर जगत गुरु। धन धन सतगुरु श्री गुरु ग्रंथ साहिब महाराज जी दी। साज निवाजी गुरु रूप गुरु प्यारी साध संगत जियो। तही प्रकाश हमारा भयो, पटना शहर बिखै भव लयो। यही काज तरा हम जन्मं, समझ लेहो साधु सब मनमं। धर्म चलावन संत उबारन, दुष्ट सबन को मूल उपाड़न। धन धन कलगीधर पिता बाला प्रीतम, अमृत के दाते सरबंस दानी। कादरे हरकार गुरु गोबिंद सिंह, बेकसारा यार गुरु गोबिंद सिंह। हक हक अंदेश गुरु गोबिंद सिंह,
बादशाह दरवेश गुरु गोबिंद सिंह, रूह दर हर जिस्म गुरु गोबिंद सिंह, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਨੇ। ਅੰਮ੍ਰਿਤਮਈ ਸੁੰਦਰ ਦੀਵਾਨਾਂ ਵਿੱਚ ਪਾਵਨ ਸ੍ਰੀ ਰਹਿਰਾ ਸਾਹਿਬ ਦਾ ਪਾਠ, ਆਰਤੀ ਆਰਤਾ ਅਰਦਾਸ ਉਪਰੰਤ ਸਿੰਘ ਸਾਹਿਬਾਨਾਂ ਪਾਸੋਂ ਆਪ ਜੀਆਂ ਨੇ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਮੁੱਖ ਵਾਕ ਸਰਵਣ ਕੀਤੇ ਨੇ। ਹੁਣ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਚੱਲ ਰਹੇ ਨੇ। ਸਾਧ ਸੰਗਤ ਜੀ, ਮਨੁੱਖ ਜਿਹੋ ਜਿਹੀ ਸੰਗਤ ਕਰਦਾ ਹੈ ਉਹੋ ਜਿਹਾ ਹੀ ਉਸ ਨੂੰ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਭਗਤ ਕਬੀਰ ਜੀ ਬੜਾ ਸੋਹਣਾ ਲਿਖਦੇ ਨੇ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਿਹੋ ਜਿਹੀ ਕੋਈ ਸੰਗਤ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਖਾਣਾ ਪੈਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਇਸ ਕਰਕੇ ਅਸੀਂ ਕਿਸ ਮਨੁੱਖ ਦੇ ਸੰਗਤ ਵਿੱਚ ਰਹਿ ਰਹੇ ਹਾਂ, ਕਿਹਨਾਂ ਲੋਕਾਂ ਦੇ ਵਿੱਚ ਆਪਾਂ ਰਹਿ ਰਹੇ ਹਾਂ, ਉਹ ਸਾਨੂੰ ਵੇਖਣਾ ਚਾਹੀਦਾ ਹੈ। ਜਿਹੋ ਜਿਹੀ ਮਨੁੱਖ ਦੀ ਸੰਗਤ ਹੋਵੇਗੀ ਉਸ ਮਨੁੱਖ ਦਾ ਵਿਵਹਾਰ, ਉਸ ਮਨੁੱਖ ਦਾ ਕੈਰੈਕਟਰ ਜਿਹੜਾ ਹੈ ਉਹੋ ਜਿਹਾ ਹੀ ਹੋਵੇਗਾ। ਜਿਹੜਾ ਕੋਈ ਸੰਤ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹ ਸਾਧ ਸੰਗਤ ਜੀ ਆਪ ਖੁਦ ਸੰਤ ਬਣ ਜਾਂਦਾ ਹੈ। ਜਿਹੜਾ ਕਿਸੇ ਚੋਰ ਦੀ ਸੰਗਤ ਕਰਦਾ ਉਹ ਆਪ ਉਹਦੇ ਔਗੁਣ ਜਿਹੜੇ ਨੇ ਉਸ ਮਨੁੱਖ ਵਿੱਚ ਆ ਹੀ ਜਾਂਦੇ ਨੇ। ਜਿੰਨਾ ਮਰਜ਼ੀ ਕੋਈ ਯਤਨ ਕਰੇ ਉਹ ਆਪ ਚੋਰ ਬਣ ਜਾਵੇਗਾ। ਜਿਹੜਾ ਕਿਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕਰੇ ਉਹ ਆਪ ਬ੍ਰਹਮ ਗਿਆਨੀ ਬਣਦੇ ਨੇ। ਜਿਹੜੇ ਰਾਜਨੀਤਿਕ ਲੋਕਾਂ ਦੀ ਸੰਗਤ ਕਰਦੇ ਨੇ ਉਹ ਰਾਜਨੀਤਿਕ ਬਣ ਜਾਂਦੇ ਨੇ। ਭਾਵ ਕਿ ਜਿੱਥੇ ਇੱਕ ਮਨੁੱਖ ਆਪਣੀ ਸੰਗਤ, ਆਪਣਾ ਸਰਾਊਂਡਿੰਗ ਜਿਹੜਾ ਹੈ, ਜਿਹੋ ਜਿਹੇ ਬੰਦਿਆਂ ਦੇ ਨਾਲ ਉੱਠਣਾ ਬਹਿਣਾ ਖਲੋਣਾ ਕਰਦਾ ਹੈ ਉਹੋ ਜਿਹਾ ਹੀ। ਵੇਦਾਂਤ ਦਾ ਬੜਾ ਇੱਕ ਸੁੰਦਰ ਕਥਨ ਹੈ, ਕਹੇ ਸੁਨੇ ਤੇ ਮਤੀ ਭ੍ਰਮ ਹੋਈ। ਜਿਹੋ ਜਿਹੀ ਸੰਗਤ ਵਿੱਚ ਬੰਦਾ ਬੈਠਦਾ ਉੱਠਦਾ, ਜਿਹੋ ਜਿਹੀ ਗੱਲਾਂ ਨੂੰ ਸੁਣਦਾ, ਜਿਹੋ ਜਿਹੀਆਂ ਗੱਲਾਂ ਨੂੰ ਬੋਲਦਾ ਹੈ ਉਹੋ ਜਿਹਾ ਉਹਦਾ ਵਿਵਹਾਰ ਬਣ ਜਾਂਦਾ ਹੈ। ਇਸ ਕਰਕੇ ਬੁਰੀ ਸੰਗਤ ਨਾਲੋਂ ਚੰਗਾ ਹੈ ਕਿ ਮਨੁੱਖ ਇਕੱਲਾ ਰਵੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਸ਼ਿਸ਼ ਕਰੀਏ ਕਿ ਸਾਡੇ ਆਲੇ ਦੁਆਲੇ ਕਿਹੋ ਜਿਹੇ ਲੋਕਾਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਭਾਈ ਬਿਧੀ ਚੰਦ ਜੀ ਜਿਨ੍ਹਾਂ ਦਾ ਇਤਿਹਾਸ ਚੱਲ ਰਿਹਾ ਹੈ, ਇਹਨਾਂ ਦਾ ਪਾਵਨ ਜਨਮ ਸੁਰ ਸਿੰਘ ਪਿੰਡ ਵਿਖੇ ਜੋ ਅੱਜ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਸੁਸ਼ੋਭਿਤ ਹੈ। ਇਹਨਾਂ ਮਹਾਂਪੁਰਖਾਂ ਦਾ ਜੀਵਨ ਸਾਧ ਸੰਗਤ ਜੀ, ਇਹਨਾਂ ਦੇ ਮਾਤਾ ਸੰਭਲੀ ਜੀ ਅਤੇ ਪਿਤਾ ਬਾਬਾ ਦੇਵਾ ਜੀ ਇਹਨਾਂ ਦੇ ਗ੍ਰਹਿ ਵਿਖੇ 13 ਵਿਸਾਖ 1560 ਈਸਵੀ ਵਾਲੇ ਦਿਨ ਇਹਨਾਂ ਦਾ ਪਾਵਨ ਜਨਮ ਹੁੰਦਾ ਹੈ। ਬੁਰੀ ਸੰਗਤ ਵਿੱਚ ਪੈਣ ਕਰਕੇ ਸਾਧ ਸੰਗਤ ਜੀ ਬੁਰਾਈ ਵਾਲੇ ਪਾਸੇ ਚੱਲ ਜਾਂਦੇ ਨੇ। ਪਰ ਕੋਈ ਪਿਛਲਾ ਚੰਗਾ ਭਾਗ, ਪਿਛਲੇ ਕਰਮ ਜਾਗ ਪੈਣ, ਜਿਹਦੇ ਕਰਕੇ ਮਹਾਂਪੁਰਖ ਬਾਬਾ ਅਦਲੀ ਜੀ ਦੀ ਸੰਗਤ ਪ੍ਰਾਪਤ ਹੋਈ, ਜਿਹੜੇ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ ਕਰਕੇ ਬ੍ਰਹਮ ਗਿਆਨੀ ਮਹਾਂਪੁਰਸ਼ ਸਨ। ਉਹਨਾਂ ਮਹਾਂਪੁਰਖਾਂ ਦੀ ਸਾਧ ਸੰਗਤ ਜੀ ਨਿਗਾਹ ਪਈ ਅਤੇ ਚੋਰ ਤੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣਾ ਪਿਆ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਖਾਂ ਵਿੱਚ ਇਹ ਤਾਕਤ ਹੁੰਦੀ ਹੈ, ਮਨੁੱਖ ਦਾ ਕੈਰੈਕਟਰ ਬਦਲ ਕੇ ਰੱਖ ਦਿੰਦੇ ਨੇ। ਇਹ ਕੋਈ ਸੌਖੀ ਖੇਡ ਨਹੀਂ ਹੈ। ਅੱਜ ਵੀ ਉਹਨਾਂ ਦੇ ਗੱਦੇ ਨਸ਼ੀਨ ਸਿੰਘ ਸਾਹਿਬ, ਸੰਤ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਵਾਲੇ ਅੱਜ ਵੀ ਸੰਗਤਾਂ ਨੂੰ ਤਾਰ ਰਹੇ ਨੇ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਉਹਨਾਂ ਦੇ ਸੰਤ ਬਾਬਾ ਅਵਤਾਰ ਸਿੰਘ ਜੀ ਜਿਹੜੇ ਅੱਜ ਮੌਜੂਦਾ ਮੁਖੀ ਨੇ, ਉਹਨਾਂ ਦੇ ਨਾਲ
ਸੰਤ ਬਾਬਾ ਗੁਰਬਚਨ ਸਿੰਘ ਜੀ, ਉਹ ਵੀ ਸੰਗਤਾਂ ਦੇ ਵਿੱਚ ਸਾਧ ਸੰਗਤ ਜੀ ਦਰਸ਼ਨ ਦੇ ਰਹੇ ਨੇ ਸੰਗਤਾਂ ਨੂੰ। ਨਾਲ ਸਾਡੇ ਸਿੱਖ ਪੰਥ ਦੇ ਮਾਇਆਨਾਜ਼ ਹਸਤੀ ਬਹੁਤ ਵੱਡੇ ਪ੍ਰਚਾਰਕ ਭਾਈ ਸਾਹਿਬ ਭਾਈ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਅਤੇ ਉਹਨਾਂ ਦੇ ਭਰਾਤਾ ਭਾਈ ਜੀਵਾ ਸਿੰਘ ਜੀ, ਇਹ ਵੀ ਸਾਧ ਸੰਗਤ ਜੀ ਗੁਰਸਿੱਖੀ ਦਾ ਬਹੁਤਾ ਪ੍ਰਚਾਰ ਕਰਦੇ ਨੇ। ਹਰ ਥਾਂ ਥਾਂ 'ਤੇ ਜਾ ਕਰਕੇ, ਖਾਸ ਕਰਕੇ ਦਿੱਲੀ ਦੀ ਸਟੇਜ ਤੋਂ ਸਾਧ ਸੰਗਤ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਵਿਚਾਰ, ਜਿਹੜੇ ਵੀ ਭਰਮ ਭੁਲੇਖੇ ਨਿੰਦਕਾਂ ਨੇ ਪਾਏ ਨੇ, ਉਹਨਾਂ ਦਾ ਡਟਵਾਂ ਜਵਾਬ ਦਿੰਦੇ ਨੇ। ਇਸ ਕਰਕੇ ਗੁਰੂ ਮਹਾਰਾਜ ਨੇ ਸਾਧ ਸੰਗਤ ਜੀ ਅੱਜ ਵੀ ਇਸ ਪਰਿਵਾਰ 'ਚੋਂ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹਨਾਂ ਦੇ ਪਰਿਵਾਰ 'ਚੋਂ ਅੱਜ ਵੀ ਸਾਧ ਸੰਗਤ ਜੀ ਪ੍ਰਚਾਰ ਅੱਜ ਵੀ ਹੋ ਰਿਹਾ ਹੈ। ਭਾਈ ਬਿਧੀ ਚੰਦ ਛੀਨਾ ਦਾ ਇਤਿਹਾਸ ਚੱਲ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਹਿਣ 'ਤੇ ਭਾਈ ਬਿਧੀ ਚੰਦ ਜੀ ਸ਼ਾਹਜਹਾਨ ਬਾਦਸ਼ਾਹ ਪਾਸੋਂ ਸਾਧ ਸੰਗਤ ਜੀ ਜਿਹੜੇ 2 ਘੋੜੇ ਨੇ ਨਾ, ਦਿਲਬਾਗ ਅਤੇ ਗੁਲਬਾਗ, ਉਹਨਾਂ ਨੂੰ ਸਾਧ ਸੰਗਤ ਜੀ ਵਾਪਸ ਲਿਆਉਣ ਦਾ ਯਤਨ ਕਰ ਰਹੇ ਨੇ। ਅੱਗੇ ਜਿਵੇਂ ਪ੍ਰਸੰਗ ਚੱਲ ਰਿਹਾ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਗੁਰਬਾਣੀ ਪੜ੍ਹ ਖੁਰਚ ਤੋ ਜਮੀ ਜਾਮਨੀ ਜੋਏ। ਭਾਈ ਬਿਧੀ ਚੰਦ ਜੀ ਕਾਹੀ ਬਨ ਕਰਕੇ ਸਾਧ ਸੰਗਤ ਜੀ ਕੀ ਕਰ ਰਹੇ ਨੇ? ਨਾਲੇ ਮੁਖ ਤੋਂ ਗੁਰਬਾਣੀ ਦਾ ਪਾਠ ਕਰਦੇ ਨੇ, ਨਾਲੇ ਸਾਧ ਸੰਗਤ ਜੀ ਰਾਤ ਨੂੰ ਜਿਹੜਾ ਘਾਹ ਜਿਹੜਾ ਉੱਗਿਆ ਹੁੰਦਾ ਹੈ ਨਾ, ਉਹ ਸਾਧ ਸੰਗਤ ਜੀ ਰਾਤ ਦੇ ਹਨੇਰੇ ਵਿੱਚ ਜਾ ਕਰਕੇ ਉਹਨੂੰ ਖੁਰਚਣੇ ਦੇ ਨਾਲ ਖੁਰਚ ਕਰਕੇ ਸਾਰਾ ਘਾਹ ਦੀ ਪੰਡ ਬਨ ਕਰਕੇ ਨਾਲ ਆਪਣੇ ਲੈ ਕਰਕੇ ਆਉਂਦੇ ਹਨ। ਕਰਤੇ ਬਟੋਰਨ ਟੋਰ ਕਰ ਬਹੁ ਠੋਰਨ ਤੇ ਸੋਏ। ਕਾਫੀ ਸਾਰੇ ਥਾਂ ਤੋਂ ਜੋ ਨਦੀ ਦਾ ਕਿਨਾਰਾ ਹੈ, ਉੱਥੇ ਸਾਧ ਸੰਗਤ ਜੀ ਕਾਫੀ ਕੂੜਾ ਅਤੇ ਬਹੁਤ ਹਰਾ ਹਰਾ ਘਾਹ ਜਿਹੜਾ ਉੱਗਿਆ ਹੈ, ਉਸ ਨੂੰ ਵੇਖ ਕਰਕੇ ਭਾਈ ਬਿਧੀ ਚੰਦ ਨੇ ਸਾਰੇ ਘਾਹ ਨੂੰ ਇਕੱਠਿਆ ਕਰਕੇ ਪੰਡ ਬਣ ਲਈ ਹੈ। ਚੋਪਈ ਜਥਾ ਬਿਡੂਰ ਜਮਨ ਕੋ ਬਰਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਘਾਹ ਕਿਹੋ ਜਿਹਾ ਹੈ? ਘਾਹ ਇਹੋ ਜਿਹਾ ਹੈ ਜਿਵੇਂ ਸਾਧ ਸੰਗਤ ਜੀ, ਜਿਵੇਂ ਬਿੱਲੀ ਦੀ ਅੱਖ ਹੁੰਦੀ ਹੈ ਨਾ, ਜਿਵੇਂ ਨੀਲਮ ਦਾ ਸਾਧ ਸੰਗਤ ਜੀ ਮਣੀ ਹੁੰਦਾ ਹੈ, ਬੜਾ ਹਰੇ ਰੰਗ ਦਾ ਹੁੰਦਾ ਹੈ, ਇਸ ਤਰ੍ਹਾਂ ਹੀ ਬੜਾ ਹਰਾ ਹਰਾ ਘਾਹ ਜਿਹੜਾ ਕੂੜਾ ਕੂੜਾ ਉਹ ਬਾਬਾ ਬਿਧੀ ਚੰਦ ਜੀ ਨੇ ਇਕੱਠਾ ਕੀਤਾ ਹੈ। ਤਥਾ ਦੂਰਬਾ ਸੁਭ ਮਨ ਹਰਣ। ਦੁਰਬਾ ਸਾਧ ਸੰਗਤ ਜੀ ਸੰਸਕ੍ਰਿਤ ਦਾ ਸ਼ਬਦ ਹੈ, ਇਸ ਨੂੰ ਸੰਸਕ੍ਰਿਤ ਦੇ ਵਿੱਚ ਦੁਰਵਾ ਕਹਿੰਦੇ ਨੇ। ਭਾਵ ਘਾਹ ਨੂੰ ਸੰਸਕ੍ਰਿਤ ਦੇ ਵਿੱਚ ਦੁਰਵਾ ਕਹਿੰਦੇ ਨੇ। ਇੱਥੇ ਕਵੀ ਸੰਤੋਖ ਸਿੰਘ ਜੀ ਸੰਸਕ੍ਰਿਤ ਦੇ ਸ਼ਬਦ ਵਰਤ ਰਹੇ ਨੇ, ਕਹਿੰਦੇ ਨੇ ਜਿਵੇਂ ਤਥਾ ਦੂਰਬਾ ਸ਼ੁਭ ਮਨ ਹਰਣ, ਜਿਵੇਂ ਨੀਲਮ ਦਾ ਰੰਗ ਦਾ ਸਾਧ ਸੰਗਤ ਜਿਹੜਾ ਹਰਾ ਮਣੀ ਹੁੰਦਾ ਹੈ, ਇਸੇ ਤਰ੍ਹਾਂ ਹੀ ਹਰਾ ਹਰਾ ਘਾਹ ਜਿਹੜਾ ਹੈ ਨਾ, ਉਹ ਭਾਈ ਸਾਹਿਬ ਜੀ ਨੇ ਇਕੱਠਾ ਕੀਤਾ। ਕਰ ਇਕੱਤਰ ਸਿਰ ਲੀਨ ਉਠਾਏ। ਸਾਰੇ ਘਾਹ ਨੂੰ ਇਕੱਠਾ ਕਰਕੇ ਪੰਡ ਬੰਨ ਕਰਕੇ ਆਪਣੇ ਸਿਰ ਦੇ ਉੱਤੇ ਉਠਾਇਆ ਹੈ। ਸਨੇ ਸਨੇ ਚਲ ਪੁਰ ਮਹਿ ਆਏ। ਹੌਲੀ ਹੌਲੀ ਚੱਲ ਕਰਕੇ ਭਾਈ ਬਿਧੀ ਚੰਦ ਜੀ ਨਗਰ ਵਿੱਚ ਆਏ ਹਨ। ਗਮਨਿਓ ਪੁਨ ਬਾਜ਼ਾਰ ਕੀ ਔਰ। ਤੇ ਜਿੱਥੇ ਸਾਧ ਸੰਗਤ ਜੀ ਬਾਜ਼ਾਰ ਮੰਡੀ ਲੱਗੀ ਸੀ, ਉਸ ਪਾਸੇ ਭਾਈ ਬਿਧੀ ਚੰਦ ਜੀ ਨੇ ਜਾਣਾ ਕੀਤਾ। ਸਨਮੁਖ ਮਹਾ ਦੁਰਗ ਕੇ ਪੋਰ। ਸਾਹਮਣੇ ਸਾਧ ਸੰਗਤ ਜੀ ਜਿਹੜਾ ਕਿਲਾ ਸੀ, ਜਿਹਦੇ ਵਿੱਚ ਦਿਲਬਾਗ ਤੇ ਗੁਲਬਾਗ ਨਾਮ ਦੇ ਜਿਹੜੇ ਦੋਵੇਂ ਘੋੜੇ ਬੰਨੇ ਸਨ, ਇਸ ਕਿਲੇ ਦੇ ਸਾਹਮਣੇ ਹੀ ਇੱਕ ਬੜਾ ਵੱਡਾ ਦਰਵਾਜ਼ਾ ਸੀ। ਤ੍ਰਿਣ ਕੋਮਲ ਅਰ ਸੁੰਦਰ ਰੰਗ। ਬੜਾ ਹੀ ਕੋਮਲ ਤੇ ਸਾਧ ਸੰਗਤ ਜੀ ਹਰਾ ਹਰਾ ਘਾਹ ਜਿਹੜਾ ਹੈ। ਨਰ ਬਿਰ ਮਾਏ ਕਹੈ ਇਹ ਸੰਗ। ਬਾਜ਼ਾਰ ਦੇ ਵਿੱਚ ਜਦੋਂ ਭਾਈ ਬਿਧੀ ਚੰਦ ਜੀ ਘਾਹ ਦੀ ਪੰਡ ਬੰਨ ਕਰਕੇ ਲਿਜਾ ਰਹੇ ਸਨ, ਤੇ ਸਾਧ ਸੰਗਤ ਜੀ ਜਿਹੜੇ ਲੋਕ ਸਨ ਉਹ ਘਾਹ ਨੂੰ ਵੇਖ ਕਰਕੇ ਲੁਭਾਇਮਾਨ ਹੋ ਗਏ। ਜੇ ਵੇਚਤ ਹੈ ਮੋਲ ਪਨੀਜੈ। ਕਹਿੰਦੇ ਭਾਈ ਬਿਧੀ ਚੰਦ ਨੂੰ ਪੁੱਛਣਾ ਕਰਦੇ ਨੇ ਕਿ ਹੇ ਭਾਈ ਬਿਧੀ ਚੰਦ, ਜੇ ਤੁਸੀਂ ਇਸ ਘਾਹ ਦੇ ਤਾਈਂ ਸਾਡੇ ਤਾਈਂ ਵੇਚਣਾ ਕਰਦੇ ਹੋ, ਲੇਹੋ ਨਗਦ ਇਹੋ ਹਮਕੋ ਦੀਜੈ। ਕਹਿੰਦੇ ਹੁਣੇ ਨਗਦ ਹੀ ਇਹ ਪੈਸੇ ਲੈ ਲੈ
ਤੇ ਜਿਹੜਾ ਘਾਹ ਜਿਹੜਾ ਹੈ ਨਾ ਹਰਾ ਹਰਾ ਉਹ ਸਾਡੇ ਤਾਈਂ ਦੇਣਾ ਕਰ। ਸੁਨ ਵਿਦਿਆ ਤਿਨ ਕੇ ਸੰਗ ਕਹੈ। ਸੁਣ ਕਰਕੇ ਭਾਈ ਬਿਧੀ ਚੰਦ ਜੀ ਉਹਨਾਂ ਮਨੁੱਖਾਂ ਦੇ ਤਾਈਂ ਕਹਿਣਾ ਕਰਦੇ ਹਨ, ਇਸ ਕੋ ਮੂਲ ਰਜਤ ਪਣ ਅਹੈ। ਜਾਣ ਕਰਕੇ ਹੀ ਸਾਧ ਸੰਗਤ ਜੀ, ਕਿਉਂਕਿ ਜਾਣਾ ਕਿਤੇ ਹੋਰ ਹੈ, ਘਾਹ ਨੂੰ ਵੇਚਣਾ ਤਾਂ ਨਹੀਂ ਹੈ। ਬਹੁਤ ਸਿਆਣੇ ਨੇ, ਬਹੁਤ ਚੁਸਤ ਨੇ ਭਾਈ ਬਿਧੀ ਚੰਦ ਜੀ। ਕਹਿੰਦੇ ਨੇ ਇਸ ਘਾਹ ਦਾ, ਇਸ ਇੱਕ ਪੰਡ ਦੀ ਘਾਹ ਦਾ ਜਿਹੜਾ ਮੁੱਲ ਹੈ ਨਾ ਉਹ ਇੱਕ ਰਜਤ ਪਣ ਹੈ। ਤੂੰ ਸਾਰਾ ਹੋਤ ਦੇਤ ਨਹਿ ਕੋਈ। ਇੱਕ ਰਜਤ ਪਣ ਭਾਵ ਇੱਕ ਰੁਪਈਆ। ਜਿਵੇਂ ਅੱਜ ਵੀ ਆਪਾਂ ਰੁਪਈਆ ਕਹਿੰਦੇ ਨੇ, ਰੁਪਈਏ ਦਾ ਭਾਵ ਹੈ ਚਾਂਦੀ। ਜਿੰਨਾ ਕੁ ਸਾਧ ਸੰਗਤ ਜੀ ਰੁਪਈਆ ਹੁੰਦਾ ਹੈ, ਉਸ ਨੋਟ ਦੇ ਵਿੱਚ ਉਨੇ ਕੁ ਰਕਮ ਦੀ ਚਾਂਦੀ ਦੀ ਤਾਰ ਜਿਹੜੀ ਹੈ ਉਸ ਨੋਟ ਦੇ ਵਿੱਚ ਹੁੰਦੀ ਹੈ। ਇਸ ਕਰਕੇ ਸਾਡੇ ਦੇਸ਼ ਦੀ ਜਿਹੜੀ ਕਰੰਸੀ ਹੈ ਇਸ ਨੂੰ ਰੁਪਈਆ ਕਹਿੰਦੇ ਨੇ। ਭਾਵ ਕਿ ਚਾਂਦੀ ਇੱਕ ਰਜਤ ਪਣ ਭਾਈ ਬਿਧੀ ਚੰਦ ਜੀ ਨੇ ਮੁੱਲ ਰੱਖਿਆ ਹੈ, ਜਿਹਨੂੰ ਸੁਣ ਕਰਕੇ ਸਾਰੇ ਹੀ ਨਾ ਕਰ ਦਿੰਦੇ ਹਨ। ਚਲਿਓ ਜਾਤ ਆਗੇ ਕੋਹ ਸੋਈ। ਇਸ ਤਰ੍ਹਾਂ ਲੋਕਾਂ ਦੇ ਤਾਈਂ ਕਹਿ ਕਰਕੇ ਅੱਗੇ ਨੂੰ ਜਾ ਰਹੇ ਹਨ ਭਾਈ ਬਿਧੀ ਚੰਦ ਜੀ। ਰਹਿਓ ਦਿਵਸ ਜਬ ਘਟ ਕਾ ਚਾਰੀ। ਜਦੋਂ ਸਾਧ ਸੰਗਤ ਜੀ 4 ਦਿਨ ਰਹਿ ਗਿਆ, ਭਾਵ 4 ਘੜੀਆਂ ਦਿਨ ਨੂੰ ਢਲਣ ਨੂੰ ਰਹਿ ਗਈਆਂ ਨੇ। ਇੱਕ ਘੜੀ ਸਾਧ ਸੰਗਤ ਜੀ ਤਕਰੀਬਨ 27 ਮਿੰਟ ਦੀ ਹੁੰਦੀ ਹੈ, ਤੇ 4 ਘੜੀਆਂ ਤੋਂ ਭਾਵ ਕਰੀਬ 2 ਘੰਟੇ ਰਹਿੰਦੇ ਨੇ ਹਲੇ ਦਿਨ ਢਲਣ ਨੂੰ। ਭਾਵ ਦੁਪਹਿਰ ਦੇ 4 ਵਜੇ ਹਨ। ਪਹੁੰਚੇ ਦੁਰਗ ਕੇ ਪੋਰ ਅਗਾਰੀ। ਛੇਤੀ ਦੇ ਨਾਲ ਜਿਹੜਾ ਕਿਲਾ ਹੈ ਨਾ, ਇਸ ਕਿਲੇ ਦੇ ਦਰਵਾਜ਼ੇ ਦੇ ਅੱਗੇ ਭਾਈ ਬਿਧੀ ਚੰਦ ਜੀ ਨੇ ਪਹੁੰਚਣਾ ਕੀਤਾ। ਇਤਨੇ ਮਹਿ ਸੈਂਦੇ ਖਾਂ ਆਇਓ। ਇੰਨੇ ਕੁ ਚਿਰ ਦੇ ਵਿੱਚ ਜਿਹੜਾ ਸੈਂਦੇ ਖਾਨ ਸੀ ਨਾ, ਜਿਹੜਾ ਉਸ ਕਿਲੇ ਦਾ ਹਾਕਮ ਸੀ, ਜਿਹੜਾ ਸਾਧ ਸੰਗਤ ਜੀ ਦੁਰਗ ਸੀ, ਕਿਲਾ ਸੀ ਨਾ, ਉਥੋਂ ਦਾ ਇਹ ਸਾਧ ਸੰਗਤ ਜੀ ਭਾਵ ਕਿ ਸੈਨਾਪਤ ਸੀ, ਇਹ ਆਇਆ ਹੈ ਨਿਕਲ ਕਰਕੇ। ਹਯਨ ਸੇਬ ਪਰ ਜੋ ਠਹਿਰਾਇਓ। ਜਿਸ ਨੂੰ ਰਾਜੇ ਨੇ ਭਾਵ ਬਾਦਸ਼ਾਹ ਨੇ ਤਾਕੀਦ ਕੀਤੀ ਸੀ ਕਿ ਘੋੜਿਆਂ ਦੀ ਸੇਵਾ ਤੈਅ ਕਰਨੀ ਹੈ। ਇਹਦੇ ਸਾਧ ਸੰਗਤ ਜੀ ਜੁੰਮੇ ਲਾਈ ਸੀ ਘੋੜਿਆਂ ਦੀ ਸੇਵਾ। ਜਿਹੜਾ ਘੋੜਾ ਸੀ ਦਿਲਬਾਗ ਤੇ ਗੁਲਬਾਗ ਦੋਹਾਂ ਦੀ। ਨਰ ਗਨ ਸੰਗ ਸੋ ਨਿਕਸਿਓ ਪੋਰ। ਇਸ ਤਰ੍ਹਾਂ ਕਾਫੀ ਜਿਹੜੇ ਮਨੁੱਖ ਨੇ ਇਹ ਇਸ ਸਾਧ ਸੰਗਤ ਜੀ ਜਿਹੜਾ ਸੈਂਦੇ ਖਾਨ ਹੈ, ਇਹਦੇ ਪਿੱਛੇ ਕਾਫੀ ਮਨੁੱਖ ਜਿਹੜੇ ਨੇ, ਹੋਰ ਜਿਹੜੇ ਸਿਪਾਹੀ ਨੇ, ਇਹ ਬਾਹਰ ਨੂੰ ਨਿਕਲ ਕਰਕੇ ਆਏ ਹਨ। ਬਿਧੀ ਚੰਦ ਦੇਖਿਓ ਤਿਸ ਔਰ। ਭਾਈ ਬਿਧੀ ਚੰਦ ਨੇ ਵੇਖਣਾ ਕੀਤਾ ਉਹਨਾਂ ਦੇ ਵੱਲ। ਬੁਝਿਓ ਨਰਨ ਸੰਗ ਇਹ ਕੌਣ। ਤੇ ਆਮ ਜਿਹੜੇ ਮਨੁੱਖ ਸਨ ਉਹਨਾਂ ਦੇ ਤਾਈਂ ਪੁੱਛਣਾ ਕੀਤਾ ਕਿ ਦੱਸੋ ਜੀ ਇਹ ਕੌਣ ਹਨ। ਆਵਤ ਧਰੇ ਭਲੇ ਪਟ ਜੋਨ। ਕਹਿੰਦੇ ਇਹ ਬਹੁਤ ਸਾਰੇ ਸੂਰਮਿਆਂ ਦੇ ਸਮੇਤ ਇਹ ਜਿਹੜਾ ਮਨੁੱਖ ਬਾਹਰ ਨੂੰ ਆ ਰਿਹਾ ਹੈ, ਇਹ ਕੌਣ ਹੈ। ਲੋਗਨ ਕਹਿਓ ਦਰੋਗਾ ਹੈ। ਸਾਧ ਸੰਗਤ ਜੀ ਉੱਥੋਂ ਦੇ ਲੋਕਾਂ ਨੇ ਦੱਸਣਾ ਕੀਤਾ ਵੀ ਇਹ ਇੱਥੋਂ ਦਾ ਦਰੋਗਾ ਹੈ। ਸਾਹੁ ਤੁਰੰਗਨ ਪਰ ਇਹੋ ਰਹਿ। ਜਿਹੜੇ ਸਾਧ ਸੰਗਤ ਜੀ ਸ਼ਾਹਜਹਾਨ ਬਾਦਸ਼ਾਹ ਸਲਾਮਤ ਹੈ, ਉਹਦੇ ਜਿਹੜੇ ਘੋੜੇ ਨੇ ਗੁਲਬਾਗ ਤੇ ਦਿਲਬਾਗ, ਇਹਦੀ ਨਿਗਰਾਨੀ ਵਾਸਤੇ ਬਾਦਸ਼ਾਹ ਨੇ ਸਪੈਸ਼ਲੀ ਸਾਧ ਸੰਗਤ ਜੀ ਇਸ ਦਰੋਗੇ ਨੂੰ ਚੁਣਿਆ ਹੈ। ਸੁਣ ਕਰ ਉਰ ਮੈਂ ਭਇਓ ਆਨੰਦ। ਸੁਣ ਕਰਕੇ ਭਾਈ ਬਿਧੀ ਚੰਦ ਜੀ ਮਨ ਦੇ ਵਿੱਚ ਬਹੁਤ ਖੁਸ਼ ਹੋਏ ਹਨ। ਕਹਿਓ ਧੰਨ ਸ੍ਰੀ ਹਰਿ ਗੋਬਿੰਦ। ਮਨ ਵਿੱਚ ਤੇ ਕਹਿੰਦੇ ਨੇ ਜਿਸ ਕੰਮ ਵਾਸਤੇ ਮੈਂ ਆਇਆ ਸੀ ਉਹ ਹੁੰਦਾ ਹੋਇਆ ਜਾਪਦਾ ਹੈ ਕਿ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜੇ ਘੋੜੇ ਲੈਣ ਵਾਸਤੇ ਮੈਂ ਆਇਆ ਹਾਂ, ਉਹ ਸਾਧ ਸੰਗਤ ਜੀ ਜੋ ਸਾਡਾ ਟਾਰਗੇਟ ਹੈ, ਜੋ ਸਾਡੀ ਮਨਸ਼ਾ ਹੈ, ਜੋ ਮੇਰੀ ਇੱਛਾ ਹੈ, ਉਹ ਪੂਰੀ ਹੋ ਰਹੀ ਹੈ। ਪ੍ਰਥਮ ਦਿਵਸ ਹੀ ਮੇਲਾ ਕੀਓ। ਪਹਿਲਾ ਦਿਨ ਹੀ ਹੈ, ਘੋੜੇ ਲੈਣ ਵਾਸਤੇ ਮੈਂ ਆਇਆ ਹਾਂ। ਤੇ ਜਿਹੜਾ ਘੋੜੇ ਦਾ ਸੇਵਾਦਾਰ ਹੈ ਵੱਡਾ ਦਰੋਗਾ, ਉਹ ਹੀ ਟੱਕਰ ਪਿਆ ਅੱਗੇ। ਸਨ ਚਲ ਤਿਸ ਡਿੱਗ ਗਇਓ। ਹੌਲੀ ਹੌਲੀ ਭਾਈ ਬਿਧੀ ਚੰਦ ਜੀ ਉਸ ਦਰੋਗੇ ਸੈਂਦੇ ਖਾਨ ਕੋਲ ਗਏ ਹਨ। ਸੈਂਦੇ ਖਾਨ ਪਿਖੇ ਤ੍ਰਣ ਐਸੇ। ਸੈਂਦੇ ਖਾਨ ਨੇ ਸਾਧ ਸੰਗਤ ਜੀ ਦੀ ਨਿਗਾਹ ਪਈ ਇਹੋ ਜਿਹੇ ਹਰੇ ਹਰੇ ਕੋਲੇ ਘਾਹ ਦੇ ਉੱਤੇ। ਬ੍ਰਿੰਦ ਬਡੂਰੇ ਮਨ ਹਵੈ ਜੈਸੇ। ਮਾਨੋ ਕਿ ਸਾਧ ਸੰਗਤ ਜੀ ਬਹੁਤਾ ਮਨ ਜਿਹੜਾ ਹੈ, ਜਿਵੇਂ ਪਹਿਲਾਂ ਅੱਗੇ ਦੱਸਿਆ ਹੈ ਕਿ ਜਿਵੇਂ ਸਾਧ ਸੰਗਤ ਜੀ ਨੀਲਮ ਦਾ ਹਰੇ ਰੰਗ ਦੀ ਮਣੀ ਹੋਵੇ ਨਾ,
ਇਸ ਤਰ੍ਹਾਂ ਦਾ ਹਰਾ ਹਰਾ ਘਾਹ ਵੇਖ ਕਰਕੇ ਸੈਂਦੇ ਖਾਨ ਦਾ ਮਨ ਲੁਭਾਇਮਾਨ ਹੋ ਗਿਆ। ਮਨ ਬਿਰਮਾਇਓ ਨਿਕਟ ਹਕਾਰਾ। ਮਨ ਜਿਹੜਾ ਹੈ ਲੁਭਾਇਮਾਨ ਹੋ ਗਿਆ ਹੈ ਤੇ ਭਾਈ ਬਿਧੀ ਚੰਦ ਜੀ ਨੂੰ ਨੇੜੇ ਸੱਦਣਾ ਕੀਤਾ। ਨਿਜ ਸੰਗਨ ਕੇ ਸੰਗ ਉਚਾਰਾ। ਆਪਣੇ ਸੰਗੀਆਂ ਸਾਥੀਆਂ ਦੇ ਨਾਲ ਇਸ ਤਰ੍ਹਾਂ ਕਹਿਣਾ ਕੀਤਾ ਸੈਂਦੇ ਖਾਨ ਨੇ, ਇਹ ਉਤਰਨ ਚਾਰ ਨਾ ਅਸ ਕਬ ਹੇਰੇ। ਵੇਖੋ ਜੀ ਇਹ ਜਿਹੜਾ ਹਰਾ ਹਰਾ ਘਾਹ ਪੱਠਾ ਹੈ ਬਹੁਤ ਹੀ ਸੋਹਣਾ ਹੈ। ਇਸ ਤਰ੍ਹਾਂ ਦਾ ਹਰਾ ਹਰਾ ਘਾਹ ਮੈਂ ਅੱਗੇ ਨਹੀਂ ਕਦੀ ਵੇਖਿਆ। ਨਾ ਫਰ ਨਾ ਆਨਹ ਇਹ ਕਨੇਰੇ। ਕਹਿੰਦੇ ਨਫਰ ਨ ਆਨਹ ਇਹ ਕਨੇਰੇ। ਕਹਿੰਦੇ ਕਦੀ ਇਸ ਤਰ੍ਹਾਂ ਦਾ ਘਾਹ ਹਰਾ ਹਰਾ ਮੈਂ ਆਪਣੇ ਨੌਕਰਾਂ ਵੱਲ ਵੇਖਿਆ ਨਹੀਂ ਹੈ। ਇਹ ਦਿਲ ਬਾਗ ਉਚਿਤ ਹੈ ਖੈਬੇ। ਕਿ ਜਿਹੜੇ ਦਿਲਬਾਗ ਤੇ ਗੁਲਬਾਗ ਘੋੜੇ ਨੇ ਨਾ, ਇਹ ਜਿਹੜਾ ਹਰਾ ਹਰਾ ਘਾਹ ਉਹਨਾਂ ਨੂੰ ਪਾਉਣ ਵਾਸਤੇ ਬਹੁਤ ਹੀ ਸੋਹਣਾ ਹੈ, ਉਚਿਤ ਹੈ। ਮੂਲ ਕਰਾਏ ਕਰਹੁ ਨਿਜ ਲੈਬੇ। ਕਹਿੰਦੇ ਇਸ ਬੰਦੇ ਦੇ ਨਾਲ, ਇਸ ਘਾਹੀ ਦੇ ਨਾਲ ਚੰਗੀ ਤਰ੍ਹਾਂ ਮੁੱਲ ਕਰਕੇ ਇਹ ਜਿਹੜਾ ਹਰਾ ਹਰਾ ਘਾਹ ਹੈ ਲੈ ਲੈਣਾ ਕਰੋ। ਵਿਧੀਏ ਨਿਕਟ ਗਇਓ ਸੁਖ ਮਾਨ। ਤੇ ਇਸ ਤਰ੍ਹਾਂ ਇੱਕ ਮਨੁੱਖ ਜਿਹੜਾ ਹੈ ਭਾਈ ਬਿਧੀ ਚੰਦ ਜੀ ਦੇ ਕੋਲ ਆਇਆ ਹੈ ਸੁਖ ਮਾਣ ਕਰਕੇ। ਲੈ ਕਰ ਮਹਿ ਪਿਕ ਸੈਂਦੇ ਖਾਨ। ਤੇ ਇਸ ਤਰ੍ਹਾਂ ਸੈਂਦੇ ਖਾਨ ਨੇ ਜਦੋਂ ਹਰਾ ਹਰਾ ਘਾਹ ਆਪਣੇ ਹੱਥ ਦੇ ਵਿੱਚ ਲਿਆ ਹੈ ਵੇਖਣਾ ਕੀਤਾ। ਹਿਰਦੇ ਪ੍ਰਸੰਨ ਹੋਏ ਕਰ ਬੋਲਾ। ਮਨ ਦੇ ਵਿੱਚ ਖੁਸ਼ ਹੋ ਕਰਕੇ ਕਹਿਣਾ ਕੀਤਾ ਹੈ ਸੈਂਦੇ ਖਾਨ ਨੇ, ਕਹੋ ਕਾਹੀ ਕਿਆ ਦੇਹ ਇਹ ਮੋਲਾ। ਕਹਿੰਦੇ ਹੈ ਕਾਹੀ ਭਾਈ ਬਿਧੀ ਚੰਦ ਜੀ, ਕਾਹੀ ਕਹਿੰਦੇ ਨੇ ਭਾਈ ਬਿਧੀ ਚੰਦ ਜੀ ਨੂੰ, ਕਹਿੰਦੇ ਦੱਸਣਾ ਕਰ ਇਹਦਾ ਮੁੱਲ ਕੀ ਹੈ। ਨੀਕੇ ਥਾਨ ਕਹੂੰ ਤੇ ਲਿਆਵਾ। ਕਹਿੰਦੇ ਕਿਸੇ ਚੰਗੇ ਥਾਂ ਤੇ ਵੱਢ ਕਰਕੇ ਤੂੰ ਲੈ ਕਰਕੇ ਆਇਆ ਹੈ। ਹਮ ਆਗੇ ਨਹਿ ਕਬ ਦਰਸਾਵਾ। ਕਹਿੰਦੇ ਇਸ ਤਰ੍ਹਾਂ ਦਾ ਹਰਾ ਹਰਾ ਘਾਹ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੇਖਿਆ ਨਹੀਂ। ਸਾਉ ਹਯਨ ਕੇ ਖੈਬੇ ਜੋਗ। ਕਹਿੰਦੇ ਜਿਹੜੇ ਬਾਦਸ਼ਾਹ ਸਲਾਮਤ ਸ਼ਾਹ ਜਹਾਨ ਦੇ ਜਿਹੜੇ ਘੋੜੇ ਨੇ ਨਾ, ਉਹਨਾਂ ਘੋੜਿਆਂ ਵਾਸਤੇ ਇਹ ਹਰਾ ਹਰਾ ਘਾਹ ਜਿਹੜਾ ਹੈ ਜੋਗ ਹੈ। ਅਰ ਤੂੰ ਦਿਖੀਅਤ ਆਛੋ ਲੋਗ। ਨਾਲੇ ਤੇਰਾ ਵੀ ਜਿਹੜਾ ਰੰਗ ਰੂਪ ਹੈ, ਤੇਰਾ ਵੀ ਜਿਹੜਾ ਮਹਾਂਦਰਾ ਹੈ ਉਹ ਚੰਗਾ ਦਿਸਦਾ ਹੈ। ਭਾਵ ਕਿ ਤੂੰ ਭੋਲਾ ਸਾਧ ਸੰਗਤ ਜੀ ਸਿੱਧਾ ਬੰਦਾ ਦਿਸਦਾ ਹੈ। ਜਿਵੇਂ ਜਿਹੜੇ ਚੁਸਤ ਚਲਾਕ ਬੰਦੇ ਹੁੰਦੇ ਨੇ ਨਾ, ਉਹਨਾਂ ਦੀ ਅੱਖ ਨੂੰ ਵੇਖ ਕਰਕੇ, ਚਿਹਰਾ ਮਹਾਂਦਰਾ ਵੇਖ ਕਰਕੇ ਪਤਾ ਲੱਗ ਜਾਂਦਾ ਹੈ, ਬੋਲੀ ਸੁਣ ਕਰਕੇ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਬੜਾ ਚੁਸਤ ਹੈ ਜੀ। ਤੇ ਜਿਹੜਾ ਸਾਧ ਸੰਗਤ ਜੀ ਸਿੱਧਾ ਬੰਦਾ ਹੁੰਦਾ ਹੈ ਉਹਦਾ ਵੀ ਪਤਾ ਲੱਗ ਜਾਂਦਾ ਹੈ। ਤੇ ਜਿਨ੍ਹਾਂ ਦਾ ਕੰਮ ਹੀ ਰੋਜ਼ ਦਾ ਬੰਦਿਆਂ ਦੇ ਨਾਲ ਗੱਲਬਾਤ ਕਰਨੀ, ਉੱਠਣਾ ਬਹਿਣਾ ਖਲੋਣਾ, ਉਹ ਤਾਂ ਬੜੇ ਛੇਤੀ ਜਾਣ ਜਾਂਦੇ ਨੇ ਕਿ ਬੰਦਾ ਕਿਹੋ ਜਿਹਾ ਹੈ। ਇਸ ਤਰ੍ਹਾਂ ਸੈਂਦੇ ਖਾਨ ਭਾਈ ਬਿਧੀ ਚੰਦ ਵੱਲ ਉਹਨਾਂ ਦਾ ਹਾਵ ਭਾਵ ਵੇਖ ਕਰਕੇ, ਉਹਨਾਂ ਦੀ ਬਸਤਰ ਆਦਿਕ ਵੇਖ ਕਰਕੇ ਕਹਿੰਦੇ ਨੇ ਵੀ ਤੂੰ ਤਾਂ ਚੰਗਾ ਬੰਦਾ ਦਿਸਦਾ ਹੈ। ਕਹਿ ਵਿਦਿਆ ਤੁਮ ਕਦਰ ਸਨਾਸ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਮਹਾਰਾਜ ਤੁਸੀਂ ਵੱਡੇ ਕਦਰਦਾਨ ਹੋ। ਬੜ ਬੁੱਧ ਰਹੋ ਸਾਹੋ ਕੇ ਪਾਸ। ਕਹਿੰਦੇ ਬਹੁਤ ਤੁਸੀਂ ਅਕਲਮੰਦ ਹੋ, ਬਹੁਤ ਸਿਆਣੇ ਹੋ, ਤੁਸੀਂ ਸ਼ਾਹ ਜਹਾਨ ਦੇ ਕੋਲ ਰਹਿੰਦੇ ਹੋ। ਮਮ ਔਰ ਬਿਖੈ ਕਾਮਨਾ ਕਨੀ। ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਇੱਛਾ ਹੈ, ਜਾਣਨਾ ਕਰੋ। ਸਾਚੋ ਪਾਤ ਸਹਾ ਜਗਤਨੀ। ਜਿਹੜੇ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਮਾਲਕ ਹਨ। ਕਹਿੰਦੇ ਤਾਂ ਸਾਧ ਸੰਗਤ ਜੀ ਮਨ ਦੇ ਵਿੱਚ ਭਾਈ ਬਿਧੀ ਚੰਦ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਨੇ, ਪਰ ਉੱਦਾਂ ਹੀ ਸਾਧ ਸੰਗਤ ਜੀ ਸੈਂਦੇ ਖਾਨ ਨੂੰ ਭੁਲੇਖਾ ਪਾਉਣ ਵਾਸਤੇ ਕਹਿੰਦੇ ਨੇ ਸ਼ਾਹ ਜਹਾਨ ਵੱਲ ਇਸ਼ਾਰਾ ਉਹਦਾ ਸਾਧ ਸੰਗਤ ਜੀ ਸੈਂਦੇ ਖਾਨ ਦਾ ਜਾਵੇਗਾ। ਕਹਿੰਦੇ ਨੇ ਜਿਹੜੇ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਦੇ ਮਾਲਕ ਹਨ। ਤਿਨ ਕੋ ਤੁਰੰਗ ਤਿਰਣ ਕੋ ਖਾਏ। ਮੇਰੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਇਹ ਜਿਹੜਾ ਹਰਾ ਹਰਾ ਘਾਹ ਹੈ, ਜਿਹੜੇ ਸਾਧ ਸੰਗਤ ਜੀ ਸਾਰੇ ਸੰਸਾਰ ਦੇ ਮਾਲਕ ਨੇ, ਉਹਨਾਂ ਦੇ ਘੋੜਿਆਂ ਵਾਸਤੇ ਹਰਾ ਹਰਾ ਘਾਹ ਮੈਂ ਲੈ ਕਰਕੇ ਆਇਆ ਹਾਂ। ਇਸ ਹਿਤ ਕੀਨੋ ਅਧਿਕ ਉਪਾਏ। ਇਸ ਦੇ ਵਾਸਤੇ ਹੀ ਮੈਂ ਬਹੁਤ ਯਤਨ ਕਰਨਾ ਕੀਤੇ ਹਨ। ਸਲਤਾ ਤਟ ਜੈ ਸੁਭ ਥਲ ਹੇਰੇ। ਨਦੀ ਦੇ ਕਿਨਾਰੇ, ਨਦੀ ਦੇ ਕੰਢੇ ਤੇ ਜਿਹੜਾ ਬੜਾ ਸੋਹਣਾ ਸਥਾਨ ਹੈ। ਤਹ ਚਿਰ ਕਾਲ ਸੁਪ੍ਰੇਮ ਬਡੇਰੇ। ਉੱਥੇ ਬਹੁਤ ਸਮਾਂ ਬੜੇ ਪ੍ਰੇਮ ਦੇ ਨਾਲ ਜਮੀ ਜਾਮਨੀ ਦੂਬ ਨਵੀ।
ਕੀਨ ਜਿਹੜਾ ਨਵਾਂ ਨਵਾਂ ਹਰਾ ਹਰਾ ਘਾਹ ਉੱਗਿਆ ਹੈ ਉਸ ਧਰਤੀ ਦੇ ਉੱਤੇ ਬੁੱਧ ਬਲ ਧਰੇ ਬਟੋਰਨ ਕੀਨ ਬੜੀ ਸਿਆਣਪ ਦੇ ਨਾਲ ਉਹ ਸਾਰਾ ਘਾਹ ਹਰਾ ਹਰਾ ਹੈ ਮੈਂ ਵੱਢ ਕਰਕੇ ਲਿਆਇਆ ਹਾਂ। ਮਮ ਉਰ ਭਈ ਭਾਵਨਾ ਪੂਰੀ ਇਸ ਕਰਕੇ ਤੁਸੀਂ ਜਾਣ ਲਓ ਸੈਂਦੇ ਖਾਨ ਜੀ ਮੇਰੇ ਮਨ ਦੀ ਜਿਹੜੀ ਭਾਵਨਾ ਹੈ ਉਹ ਪੂਰੀ ਹੋ ਗਈ। ਪਹੁੰਚੈ ਉਚਿਤ ਥਾਨ ਇਹ ਰੂਰੀ ਮੇਰੇ ਮਨ ਦੇ ਵਿੱਚ ਤਾਂ ਇਹੀ ਇੱਛਾ ਸੀ ਕਿ ਸੰਸਾਰ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਜਿਹੜੇ ਘੋੜੇ ਨੇ ਉਹਨਾਂ ਦੇ ਕੋਲ ਇਹ ਜਿਹੜਾ ਹਰਾ ਹਰਾ ਘਾਹ ਹੈ ਉਹ ਘੋੜੇ ਸਤਿਗੁਰੂ ਜੀ ਦੇ ਖਾਣ। ਇਸ ਤਰ੍ਹਾਂ ਮਨ ਦੀ ਇੱਛਾ ਹੈ। ਤੇ ਸਾਧ ਸੰਗਤ ਜੀ ਸਹਿੰਦੇ ਖਾਨ ਨੂੰ ਭੁਲੇਖਾ ਪਾਉਣ ਵਾਸਤੇ ਨਾਲ ਕਹਿੰਦੇ ਨੇ, ਕਹਿੰਦੇ ਜਿਹੜੇ ਸੰਸਾਰ ਦੇ ਮਾਲਕ ਨੇ ਨਾ ਉਹਨਾਂ ਦੇ ਵਾਸਤੇ ਇਹ ਖਾਣ ਯੋਗ ਹਨ। ਦੋਹਰਾ ਤੁਰਾਂਗੀ ਸੱਚੇ ਪਤ ਸਾਹ ਕੋ ਜੇ ਕਰ ਮਮ ਤ੍ਰਣ ਖਾਹੇ ਕਹਿੰਦੇ ਜੇ ਤਾਂ ਸੱਚੇ ਪਾਤਸ਼ਾਹ ਦੇ ਘੋੜੇ ਜਿਹੜੇ ਨੇ ਜੇ ਮੇਰੇ ਗਰੀਬ ਦੇ ਸਾਧ ਸੰਗਤ ਜੀ ਵੱਢ ਕਰਕੇ ਲਿਆਏ ਹੋਏ ਜਿਹੜਾ ਹਰਾ ਹਰਾ ਘਾਹ ਹੈ ਜੇ ਸਤਿਗੁਰੂ ਦੇ ਘੋੜੇ ਮੇਰਾ ਹਰਾ ਹਰਾ ਘਾਹ ਖਾਣ ਤਾਂ ਦੇਹੋ ਸੁਲੇਵੋ ਹਰਖ ਧਰ ਨਾਹੇ ਕਰੋ ਮੈਂ ਨਾਹੇ ਕਹਿੰਦੇ ਜੋ ਵੀ ਤੁਸੀਂ ਖੁਸ਼ ਹੋ ਕਰਕੇ ਦੇਣਾ ਕਰੋਗੇ ਮੈਂ ਨਾ ਨਹੀਂ ਕਰਾਂਗਾ। ਚੋਪਈ ਸੁਨ ਪ੍ਰਸੰਨ ਸੋਂ ਦੇਖਾਂ ਪਇਓ ਸੁਣ ਕਰਕੇ ਨਾ ਸਾਧ ਸੰਗਤ ਜੀ ਬਿਧੀ ਚੰਦ ਜੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੂੰ ਸਹਿੰਦੇ ਖਾਨ ਬੜਾ ਮਨ ਵਿੱਚ ਪ੍ਰਸੰਨ ਹੋਇਆ ਹੈ। ਗਿਰਾ ਮਧੂਰਾ ਨ ਮੋਹਨ ਕੀਓ ਬਹੁਤ ਮਿੱਠੀਆਂ ਮਿੱਠੀਆਂ ਪਿਆਰੀਆਂ ਗੱਲਾਂ ਸੁਣ ਕਰਕੇ ਸਹਿੰਦੇ ਖਾਨ ਦਾ ਮਨ ਸਾਧ ਸੰਗਤ ਜੀ ਲੁਭਾਇਮਾਨ ਹੋ ਗਿਆ। ਲੈ ਨਿਜ ਸੰਗ ਦੁਰਗ ਮੈਂ ਗਮਨਿਓ ਆਪਣੇ ਨਾਲ ਭਾਈ ਬਿਧੀ ਚੰਦ ਜੀ ਨੂੰ ਨਾਲ ਲੈ ਕਰਕੇ ਕਿਲੇ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਲਖ ਕਾਹੀ ਟੋਕਿਓ ਨਹਿ ਕਵਨਿਓ ਤੇ ਸਾਧ ਸੰਗਤ ਜੀ ਕਾਹੀ ਨੂੰ ਵੇਖ ਕਰਕੇ ਕਿਸੇ ਨੇ ਟੋਕਿਆ ਨਹੀਂ ਹੈ। ਜਹ ਗੁਲ ਬਾਗ ਦੁਤੀਏ ਦਿਲ ਬਾਗ ਜਿੱਥੇ ਸਤਿਗੁਰਾਂ ਦੇ ਦੋਵੇਂ ਘੋੜੇ ਵੱਜੇ ਸਨ ਇੱਕ ਗੁਲਬਾਗ ਤੇ ਇੱਕ ਦਿਲਬਾਗ ਨਾਮ ਦੇ ਰੇਸ਼ਮ ਡੋਰਨ ਕੇ ਸੰਗ ਲਾਗ ਕਹਿੰਦੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਰੇਸ਼ਮ ਦੀਆਂ ਡੋਰਾਂ ਦੇ ਨਾਲ ਜਿਨ੍ਹਾਂ ਨੂੰ ਬੰਨਿਆ ਸੀ। ਬਿਰਧੁਲ ਸਥਾਨ ਖਰੇ ਗੁਣ ਖਰੇ ਬੜੇ ਕੋਮਲ ਸਥਾਨ ਦੇ ਉੱਤੇ ਜਿਹੜੇ ਬਹੁਤ ਹੀ ਗੁਣਾਂ ਦੇ ਨਾਲ ਭਰਪੂਰ ਜਿਹੜੇ ਘੋੜੇ ਸਨ ਉਹਨਾਂ ਨੂੰ ਖਿਲਾਰਿਆ ਸੀ। ਤਨ ਕੋ ਛੋਹ ਨਹਿ ਲਾਗਣ ਪਰੇ ਕਹਿੰਦੇ ਥੋੜਾ ਜਿੰਨਾ ਵੀ ਸਾਧ ਸੰਗਤ ਜੀ ਥੋੜੀ ਜਿੰਨੀ ਵੀ ਗੰਦਗੀ ਜਿਹੜੀ ਹੈ ਨਾ ਉਹ ਘੋੜਿਆਂ ਦੇ ਸਰੀਰ ਨੂੰ ਨਹੀਂ ਸਨ ਲੱਗਣ ਦਿੰਦੇ ਸੇਵਾਦਾਰ। ਇੰਨੀ ਸਾਧ ਸੰਗਤ ਜੀ ਘੋੜਿਆਂ ਦੀ ਸੇਵਾ ਕਰਨੀ ਪੈਂਦੀ ਹੈ। ਜਿਹੜੇ ਦਲਾਂ ਦੇ ਵਿੱਚ ਰਹਿੰਦੇ ਨੇ ਘੋੜਿਆਂ ਦੀ ਸੇਵਾ ਕਰਦੇ ਨੇ ਉਹ ਰਾਤ ਦਿਨ ਸਾਧ ਸੰਗਤ ਸਰਸੋਂ ਦੇ ਤੇਲ ਨਾਲ ਮਾਲਿਸ਼ ਕਰਨੀ ਹੈ। ਫਿਰ ਉਹਨਾਂ ਨੂੰ ਘਾਹ ਪੱਠਾ ਪਾਉਣਾ। ਫਿਰ ਨਾਲ ਸਾਧ ਸੰਗਤ ਜੀ ਘੋੜੇ ਦੇ ਨਾਲ ਇੰਨਾ ਪ੍ਰੇਮ ਹੁੰਦਾ ਹੈ ਕਿਉਂਕਿ ਬੰਦੇ ਨੇ ਚੜ੍ਹਨਾ ਹੁੰਦਾ ਨਾ ਘੋੜੇ ਦੇ ਉੱਤੇ ਤੇ ਹਾਰੀ ਸਾਰੀ ਬੰਦੇ ਨੂੰ ਘੋੜਾ ਆਪਣੇ ਪਿੱਠ ਤੇ ਚੜ੍ਹਨ ਵੀ ਨਹੀਂ ਦਿੰਦਾ। ਜਿਹੜਾ ਜਿਹਨੂੰ ਜਾਣਦਾ ਹੀ ਨਹੀਂ ਸਾਧ ਸੰਗਤ ਜੀ ਜਿਸ ਮਨੁੱਖ ਦੇ ਨਾਲ ਜਾਣ ਪਛਾਣ ਨਹੀਂ ਨਾ ਘੋੜਾ ਉਹਨੂੰ ਆਪਣੇ ਪਿੱਠ ਤੇ ਨਹੀਂ ਜੇ ਬੈਠਣ ਦਿੰਦਾ। ਜੇ ਕੋਈ ਚੜ੍ਹ ਵੀ ਜਾਵੇ ਤਾਂ ਘੋੜਾ ਪੂਰਾ ਜ਼ੋਰ ਲਾਉਂਦਾ ਚਲਾਕੀ ਦੇ ਨਾਲ ਕਿ ਜਿਹੜਾ ਮੇਰੇ ਪਿੱਠ ਤੇ ਬੈਠਾ ਉਹਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਡੇਗ ਦੇਵਾਂ ਥੱਲੇ ਸੁੱਟ ਦੇਵਾਂ। ਬੜੀ ਵਾਰੀ ਹੁੰਦਾ ਹੈ ਜਿਹੜੇ ਨਵੇਂ ਬੰਦੇ ਘੋੜਾ ਸਿੱਖਣ ਜਾਂਦੇ ਨੇ ਘੋੜ ਸਵਾਰੀ ਸਿੱਖਦੇ ਨੇ ਉਹਨਾਂ ਨੂੰ ਤਾਂ ਸਾਧ ਸੰਗਤ ਜੀ ਬੜੀ ਵਾਰੀ ਉਹਨਾਂ ਦੇ ਕੱਪੜੇ ਪਾੜ ਜਾਂਦੇ ਨੇ ਬੜਾ ਕੁਝ ਹੁੰਦਾ ਹੈ ਸਰੀਰ ਛਿੱਲ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਵਾਰ ਦੇ ਵਿੱਚ ਘੋੜਾ ਸਿੱਖਣਾ ਘੋੜ ਸਵਾਰੀ ਸਿੱਖਣੀ ਔਖੀ ਹੈ। ਇਸ ਕਰਕੇ ਪਹਿਲਾਂ ਕੀ ਕਰਦੇ ਨੇ 10-15 ਦਿਨ ਤਾਂ ਸਾਧ ਸੰਗਤ ਜੀ ਘੋੜੇ ਨੂੰ ਗੁੜ ਤੇ ਚਣਾ ਆਪਣੇ ਹੱਥ ਦੇ ਨਾਲ ਖਾਣ ਵਾਸਤੇ ਦਿੰਦੇ ਨੇ। ਫਿਰ ਸਾਧ ਸੰਗਤ ਜੀ ਦੋਵੇਂ ਟਾਈਮ ਉਹਨਾਂ ਨੂੰ ਖਾਣ ਵਾਸਤੇ ਹਰਾ ਹਰਾ ਘਾਹ ਲੈ ਕਰਕੇ ਆਉਂਦੇ ਨੇ ਕੁਤਰ ਕੇ। ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਉਹਨਾਂ ਦੇ ਨਾਲ ਹੀ ਜਿਹੜੇ ਸੇਵਾਦਾਰ ਹੁੰਦੇ ਨੇ ਨਾ ਘੋੜ ਸਵਾਰੀ ਸਿੱਖਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਘੋੜੇ ਦੇ ਨਾਲ ਹੀ ਸੌਂ ਜਾਓ ਤੁਸੀਂ। ਨਾਲੇ ਜਿਹੜੇ ਘੋੜੇ ਦੀ ਧੜਕਣ ਹੈ ਉਹ ਧੜਕਣ ਨੂੰ ਮਹਿਸੂਸ ਕਰੋ। ਉਹਨੂੰ ਸਾਧ ਸੰਗਤ ਜੀ ਜਿਹੜੀ ਬਰੀਥਿੰਗ ਹੈ ਨਾ ਜਿਹੜਾ ਸਾਹ ਲੈਂਦਾ ਆ ਘੋੜਾ ਉਹਨੂੰ ਮਹਿਸੂਸ ਕਰੋ। ਘੋੜੇ ਦਾ ਭਰੋਸਾ ਜਿੱਤੋ ਫਿਰ ਘੋੜਾ ਜਿਹੜਾ ਹੈ ਤੁਹਾਨੂੰ ਆਪਣੇ ਪਿੱਠ ਤੇ ਬੈਠਣ ਦੇਵੇਗਾ। ਮੌਕਾ ਆਉਣ ਤੇ ਤੁਹਾਡੇ ਵਾਸਤੇ ਜਾਨ ਦੀ ਬਾਜੀ ਵੀ ਲਾਵੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਸਾਧ ਸੰਗਤ ਜੀ ਜਾਨਵਰ ਸੰਤ ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ ਦਾਸ ਤੇ ਮਸਕੀਨ ਜੀ ਕਹਿੰਦੇ ਨੇ ਕਹਿੰਦੇ ਇੱਕ ਤਾਂ ਗਾਂ ਤੇ ਇੱਕ ਘੋੜਾ ਤੇ ਇੱਕ ਕੁੱਤਾ
ਇਹ ਸਾਧ ਸੰਗਤ ਜੀ ਬਹੁਤ ਹੀ ਵਫਾਦਾਰ ਤੇ ਬਹੁਤ ਹੀ ਪਿਆਰੇ ਜਾਨਵਰ ਹੁੰਦੇ ਨੇ, ਤੇ ਜਦੋਂ ਇਹ ਮਰਦੇ ਨੇ ਇਹਨਾਂ ਦਾ ਅਗਲਾ ਜਨਮ ਮਨੁੱਖਾਂ ਵਾਲਾ ਹੁੰਦਾ ਹੈ। ਕਹਿਣ ਤੋਂ ਭਾਵ ਕਿ ਮਨੁੱਖ ਜੂਨੀ ਵਿੱਚ ਜਾਣ ਤੋਂ ਪਹਿਲਾਂ ਇਹ ਜਿਹੜੀ ਸਾਧ ਸੰਗਤ ਜੀ ਜੂਨੀਆਂ ਨੇ ਨਾ, ਇਹ ਨੇੜੇ ਨੇ ਮਨੁੱਖ ਦੇ। ਘੋੜਾ, ਇੱਕ ਕੁੱਤਾ ਤੇ ਇੱਕ ਸਾਧ ਸੰਗਤ ਜੀ ਗਾਂ। ਇਸ ਤਰ੍ਹਾਂ ਮਹਾਂਪੁਰਖਾਂ ਨੇ ਆਪਣੀ ਕਥਾ ਦੇ ਵਿੱਚ ਦੱਸਿਆ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਘੋੜੇ ਦੀ ਸੇਵਾ ਕਰਨੀ ਬਹੁਤ ਔਖੀ ਹੈ। ਸਾਰਾ ਦਿਨ ਸਾਰੀ ਰਾਤ ਘੋੜੇ ਦੀ ਨਾਲੇ ਮਾਲਿਸ਼ ਕਰਨੀ। ਸਾਧ ਸੰਗਤ ਜੀ ਵਿਦੇਸ਼ਾਂ ਵਿੱਚ ਤਾਂ ਕਈ ਘੋੜੇ ਜਿਹੜੇ ਨੇ ਕਰੋੜ 2-2 ਕਰੋੜ ਦੇ ਵਿਕਦੇ ਨੇ। ਇੱਥੇ ਵੀ ਸਾਧ ਸੰਗਤ ਜੀ ਜਦੋਂ ਵੀ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ, ਦਲ ਬਾਬਾ ਬਿਧੀ ਚੰਦ ਜੀ ਮਹਾਂਪੁਰਖ ਜਦੋਂ ਵੀ ਹਜ਼ੂਰ ਸਾਹਿਬ ਜਾਂਦੇ ਨੇ, ਹਰ ਵੇਲੇ ਕਦੀ ਨਾ ਕਦੀ ਕੋਈ ਘੋੜਾ ਤਖਤ ਸਾਹਿਬ 'ਤੇ ਚੜ੍ਹਾ ਕਰਕੇ ਆਉਂਦੇ ਨੇ। ਅੱਜ ਵੀ ਸਾਧ ਸੰਗਤ ਜਦੋਂ ਵੀ ਹਜ਼ੂਰ ਸਾਹਿਬ ਜਾਈਏ, ਉੱਥੇ ਘੋੜਿਆਂ ਦਾ ਵਿਸ਼ੇਸ਼ ਅਸਤਬਲ ਬਣਿਆ ਹੈ, ਜਿੱਥੇ ਚਨੇ ਛੋਲੇ ਜਿਹੜੇ ਨੇ ਘੋੜਿਆਂ ਨੂੰ ਪਾਏ ਜਾਂਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਘੋੜਿਆਂ ਦੀ ਸੇਵਾ ਕਰਨੀ ਬਹੁਤ ਔਖੀ ਹੈ। ਭਾਵ ਕਿ ਆਪਾਂ ਉਹਨਾਂ 'ਤੇ ਖਾਸ ਕਰਕੇ ਕਿਸੇ ਮਨੁੱਖ 'ਤੇ ਆਪਾਂ ਭਰੋਸਾ ਕਰੀਏ ਨਾ ਕਰੀਏ, ਆਪਾਂ ਘੋੜੇ 'ਤੇ ਭਰੋਸਾ ਕਰ ਸਕਦੇ ਹਾਂ, ਕੁੱਤੇ 'ਤੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਸਾਧ ਸੰਗਤ ਜੀ ਇਹ ਜਾਨਵਰ ਹਨ। ਮੂਤਰ ਪੁਰੀਖ ਦਾਸਲੇ ਊਚੇ। ਮੂਤਰ ਆਦਿਕ, ਪਿਸ਼ਾਬ ਆਦਿਕ ਤੇ ਘੋੜੇ ਦੀ ਲਿੱਦ ਜਿਹੜੀ ਹੈ ਉਹ ਸਾਧ ਸੰਗਤ ਜੀ ਸੇਵਾਦਾਰ ਨਿਤ ਹੀ ਸਾਫ਼ ਕਰਦੇ ਰਹਿੰਦੇ ਹਨ। ਲਗਨ ਨ ਦੇਤ ਥਾਨ ਰਖ ਸੂਚੇ। ਥੋੜਾ ਜਿੰਨਾ ਵੀ ਘੋੜੇ ਦੇ ਸਰੀਰ ਨੂੰ ਸਾਧ ਸੰਗਤ ਜੀ ਦਾਗ ਨਹੀਂ ਜੇ ਲੱਗਣ ਦਿੰਦੇ, ਇਹ ਸਾਰਾ ਜਿਹੜਾ ਅਸਥਾਨ ਹੈ ਉਹ ਸਾਫ਼ ਤੇ ਸੁਚਮ ਰੱਖਦੇ ਹਨ। ਸੌਂਦੇ ਖਾਨ ਪਨਿਓ ਇਹ ਪਾਵੋ। ਸੌਂਦੇ ਖਾਨੇ ਸਾਧ ਸੰਗਤ ਜੀ ਵੇਖਿਆ ਤੇ ਵੇਖ ਕਰਕੇ ਭਾਈ ਬਿਧੀ ਚੰਦ ਜੀ ਨੂੰ ਕਿਹਾ ਕਿ ਇਹ ਜਿਹੜੇ ਰਾਜੇ ਦੇ ਘੋੜੇ ਨੇ ਨਾ, ਇਹਨਾਂ ਦੇ ਤਾਈਂ ਘਾਹ ਪਾਉਣਾ ਕਰ। ਝਾਰ ਪਲੇ ਇਨ ਹਟ ਕਰ ਆਵੋ। ਇਸ ਤਰ੍ਹਾਂ ਚੰਗੀ ਤਰ੍ਹਾਂ ਘਾਹ ਨੂੰ ਝਾੜ ਕਰਕੇ ਤੇ ਫਿਰ ਇਹਨਾਂ ਘੋੜਿਆਂ ਦੇ ਤਾਈਂ ਅੱਗੇ ਪਾਉਣਾ ਕਰ। ਬੀਤੀਏ ਸੁਨ ਟਿਕ ਹਵੈ ਤ੍ਰਿਣ ਡਾਰੇ। ਭਾਈ ਬਿਧੀ ਚੰਦ ਜੀ ਨੇ ਸੁਣ ਕਰਕੇ ਇਸ ਤਰ੍ਹਾਂ ਹੀ ਕੀਤਾ। ਘਾਹ ਨੂੰ ਝਾੜ ਕਰਕੇ ਜਿਹੜੇ ਘੋੜੇ ਸਨ ਦਿਲਬਾਗ ਤੇ ਗੁਲਬਾਗ, ਉਹਨਾਂ ਦੇ ਸਾਹਮਣੇ ਪਾਉਣਾ ਕੀਤਾ ਹੈ। ਬਾਰ ਨੀ ਕੇ ਤਬ ਝਾਰੇ। ਚੰਗੀ ਤਰ੍ਹਾਂ ਸਾਧ ਸੰਗਤ ਜੀ ਭਾਈ ਬਿਧੀ ਚੰਦ ਜੀ ਨੇ ਘਾਹ ਦੇ ਤਾਈ ਝਾੜਨਾ ਕੀਤਾ। ਗੁਰੂ ਪਰੇਰੇ ਹੈ ਖਾਵਤ ਐਸੇ। ਕਹਿੰਦੇ ਗੁਰੂ ਨੇ ਪ੍ਰੇਰਨਾ ਕੀਤੀ ਹੈ। ਗੁਰੂ ਤਾਂ ਹਰ ਥਾਂ ਤੇ ਵਸਦਾ ਹੈ ਨਾ। ਗੁਰੂ ਦਾ ਅਰਥ ਹੈ ਕਿ ਉਹ ਚੇਤਨ ਹੈ, ਉਹ ਹਰ ਥਾਂ 'ਤੇ ਵਸਦਾ ਹੈ, ਅਤੇ ਗੁਰੂ ਨੇ ਪ੍ਰੇਰਨਾ ਕੀਤੀ ਹੈ। ਇਸ ਤਰ੍ਹਾਂ ਘੋੜੇ ਖਾਂਦੇ ਨੇ ਜਿੱਦਾਂ ਬਹੁਤੇ ਦਿਨਾਂ ਦੇ ਭੁੱਖੇ ਹੋਣ। ਉਤੇ ਛੁਦਤ ਇੱਕ ਬਾਸੁਰ ਜੈਸੇ। ਮਾਨੋ ਕਿ ਇੱਕ ਦਿਨ ਤੋਂ ਹੀ ਭੁੱਖੇ ਹੋਣ, ਕੁਝ ਖਾਧਾ ਨਾ ਹੋਵੇ। ਇਸ ਤਰ੍ਹਾਂ ਛੇਤੀ ਦੇ ਨਾਲ ਜਿਹੜੇ ਘੋੜੇ ਨੇ ਘਾਹ ਖਾ ਰਹੇ ਹਨ। ਉੱਠਿਓ ਤੁਰੰਗਨ ਕੇ ਪਗ ਪਰਿਓ। ਬੜੇ ਛੇਤੀ ਦੇ ਨਾਲ ਭਾਈ ਬਿਧੀ ਚੰਦ ਜੀ ਆਦਰ ਦੇ ਨਾਲ, ਸਤਿਕਾਰ ਦੇ ਨਾਲ ਘੋੜਿਆਂ ਦੇ ਪੈਰੀ ਪੈ ਗਏ ਨੇ। ਅੱਜ ਵੀ ਨਿਹੰਗ ਸਿੰਘ ਜਿਹੜੇ ਨੇ ਨਾ, ਜਦੋਂ ਘੋੜੇ 'ਤੇ ਚੜ੍ਹਨਾ ਹੋਵੇ ਤੇ ਘੋੜੇ ਦੇ ਪੈਰਾਂ ਨੂੰ ਹੱਥ ਲਾ ਕਰਕੇ ਨਮਸਕਾਰ ਕਰਕੇ ਚੜ੍ਹਦੇ ਨੇ ਕਿ ਇਹ ਗੁਰੂ ਦੇ ਘੋੜੇ ਨੇ। ਆਦਰ ਸਤਿਕਾਰ ਕਰਦੇ ਨੇ ਕਿ ਗੁਰੂ ਘਰ ਦੇ ਘੋੜੇ ਨੇ। ਇਸ ਕਰਕੇ ਜਦੋਂ ਵੀ ਘੋੜੇ 'ਤੇ ਚੜ੍ਹਨਾ ਹੋਵੇ ਨਾ, ਸਾਧ ਸੰਗਤ ਜੀ ਪੈਰ ਹੀ ਹੱਥ ਲਾ ਕਰਕੇ, ਜਿਵੇਂ ਕੋਈ ਵੱਡਾ ਬੰਦਾ ਹੁੰਦਾ ਨਾ, ਜਿਵੇਂ ਸਾਧ ਸੰਗਤ ਜੀ ਬਜ਼ੁਰਗ ਹੁੰਦੇ ਨੇ, ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਹੁੰਦਾ ਆ, ਸਤਿਕਾਰ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਨ੍ਹਾਂ ਦੇ ਉੱਤੇ ਆਪਾਂ ਚੜ੍ਹਨਾ ਹੈ ਅਤੇ ਜਿਹਨੇ ਸਾਡੀ ਜ਼ਿੰਦਗੀ ਬਚਾਉਣੀ ਹੈ, ਉਹਨਾਂ ਨਾਲ ਸਤਿਕਾਰ ਕਰਨਾ ਜ਼ਰੂਰੀ ਹੈ। ਇਸ ਕਰਕੇ ਨਿਹੰਗ ਸਿੰਘ ਜਦੋਂ ਵੀ ਘੋੜੇ 'ਤੇ ਚੜ੍ਹਦੇ ਨੇ, ਉਹ ਘੋੜੇ ਦੇ ਪੈਰੀਂ ਹੱਥ ਲਾ ਕਰਕੇ ਚੜ੍ਹਦੇ ਹਨ, ਸਵਾਰ ਹੁੰਦੇ ਹਨ। ਸਭਿਨ ਸਨਾਵਤ ਬਾਕ ਉਚਰਿਓ। ਭਾਈ ਸਾਧ ਸੰਗਤ ਜੀ ਭਾਈ ਬਿਧੀ ਚੰਦ ਜੀ ਨੇ ਸ਼ਗਨ ਵੇਖਿਆ। ਭਾਵ ਸ਼ਗਨ ਕਹਿਣ ਤੋਂ ਭਾਵ ਸਮਾਂ ਵੇਖਿਆ ਹੈ ਕਿ ਬਹੁਤ ਹੀ ਸੋਹਣਾ ਸਮਾਂ ਹੈ। ਪਹਿਲਾ ਦਿਨ ਹੀ ਅਰਦਾਸ ਕਰਕੇ ਤੁਰੇ ਸਨ ਅਤੇ ਪਹਿਲੇ ਦਿਨ ਹੀ ਘੋੜੇ ਦੀ ਇੰਨੀ ਨੇੜਤਾ ਪ੍ਰਾਪਤ ਹੋ ਗਈ ਹੈ। ਸਭਿਨ ਸੁਨਾਵਤ ਬਾਕ ਉਚਰਿਓ। ਸਾਰਿਆਂ ਨੂੰ ਸੁਣਾ ਕਰਕੇ ਇਸ ਤਰ੍ਹਾਂ ਬਚਨ ਕਹੇ। ਸਾਚੇ ਪਾਤ ਸਹਾ ਕੇ ਘੋਰੇ। ਇਹ ਤਾਂ ਸੱਚੇ ਪਾਤਸ਼ਾਹ ਦੇ ਘੋੜੇ ਹਨ। ਮਨ ਦੇ ਵਿੱਚ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਨੇ, ਅਤੇ ਸਾਧ ਸੰਗਤ ਜੀ ਜਿਹੜੇ ਸੈਨਾ ਹੈ, ਸੈਨਾ ਦੇ ਫੌਜਦਾਰ ਨੇ। ਇਸ ਤਰ੍ਹਾਂ ਜਿਹੜਾ ਸਹਿੰਦੇ ਖਾਨ ਹੈ,
ਉਹਨਾਂ ਨੂੰ ਭੁਲੇਖਾ ਲੱਗ ਰਿਹਾ ਹੈ ਕਿ ਕਿਤੇ ਭਾਈ ਬਿਧੀ ਚੰਦ ਜੀ ਸ਼ਾਹਜਹਾਨ ਦੀ ਉਸਤਤ ਕਰ ਰਿਹਾ ਹੋਵੇ। ਉਸਤਤ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਰ ਰਹੇ ਨੇ। ਘੋੜਿਆਂ ਦੇ ਪੈਰੀ ਪੈ ਕਰਕੇ ਮੱਥਾ ਟੇਕਿਆ ਹੈ, ਨਾਲੇ ਕਹਿੰਦੇ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘੋੜੇ ਹਨ। ਬੰਦ ਨਹੀਂ ਹਮਕੋ ਕਰ ਜੋਰੇ। ਇਸ ਤਰ੍ਹਾਂ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ ਘੋੜਿਆਂ ਦੇ ਤਾਈਂ। ਏਕ ਰਜਤ ਪਣ ਦੀਨ ਦਰੋਗੇ। ਦਰੋਗਾ ਜਿਹੜਾ ਸੈਂਦੇ ਖਾਨ ਹੈ, ਉਹਨੇ ਇੱਕ ਰਜਤ ਪਣ 1 ਰੁਪਈਆ ਦੇਣਾ ਕੀਤਾ ਭਾਈ ਬਿਧੀ ਚੰਦ ਜੀ ਨੂੰ। ਆਛੋ ਜਾਨ ਅਦਕ ਹੀ ਜੋਗੇ। ਬਹੁਤਾ ਸਾਧ ਸੰਗਤ ਜੀ ਸੋਹਣਾ ਘਾਹ ਵੇਖ ਕਰਕੇ ਦੇਣਾ ਕੀਤਾ। ਨਿਕਸਤ ਦੁਰਗ ਦੇਖ ਚੋਹ ਓਰੇ। ਸਾਰੇ ਪਾਸੇ ਵੇਖਦੇ ਨੇ ਭਾਈ ਬਿਧੀ ਚੰਦ ਜੀ। ਹੁਣ ਤੋਂ ਹੀ ਮਨ ਦੇ ਵਿੱਚ ਪਲੈਨਿੰਗ ਬਣਾ ਰਹੇ ਨੇ ਕਿ ਇਹ ਜਿਹੜੇ ਦੋਵੇਂ ਘੋੜੇ ਨੇ ਕਿਸ ਤਰੀਕੇ ਦੇ ਨਾਲ ਮੈਂ ਲੈ ਕਰਕੇ ਜਾਵਾਂ। ਮੁਸਕਲ ਮਹਾ ਨਿਕਸਨੇ ਘੋਰੇ। ਇਹ ਘੋੜੇ ਜਿਹੜੇ ਨੇ ਇਹਨਾਂ ਨੂੰ ਇਸ ਕਿਲੇ ਵਿੱਚੋਂ ਕੱਢਣਾ ਬੜਾ ਔਖਾ ਹੈ। ਇਸ ਤਰ੍ਹਾਂ ਮਨ ਦੇ ਵਿੱਚ ਵਿਉਂਤ ਬਣਾ ਰਹੇ ਨੇ ਭਾਈ ਬਿਧੀ ਚੰਦ ਜੀ। ਆਨ ਬਾਜ਼ਾਰ ਟਕੇ ਤਿਸ ਲੀਨ। ਆਣ ਕਰਕੇ ਬਾਜ਼ਾਰ ਦੇ ਵਿੱਚ ਜਿਹੜਾ 1 ਰੁਪਈਆ ਲਿੱਤਾ ਸੀ ਨਾ ਸਾਧ ਸੰਗਤ ਸੈਦੇ ਖਾਨ ਪਾਸੋਂ, ਉਹ ਸਾਰੇ 1 ਰੁਪਈਏ ਦੇ ਤਕਰੀਬਨ 40 ਟਕੇ ਬਣਦੇ ਨੇ। ਉਹ 40 ਟਕੇ ਜਿਹੜੇ ਨੇ ਬਾਜ਼ਾਰ ਵਿੱਚੋਂ ਲੈ ਲਏ ਹਨ। ਰੰਕਨ ਬ੍ਰਿੰਦ ਖਰਾਇਤ ਦੀਨ। ਤੇ ਸਾਰੇ ਪੈਸੇ ਜਿਹੜੇ ਨੇ ਗਰੀਬਾਂ ਨੂੰ ਦਾਨ ਦਿੱਤੇ ਹਨ ਭਾਈ ਬਿਧੀ ਚੰਦ ਜੀ ਨੇ। ਤਿਮਰ ਪਏ ਜੀਵਨ ਕੇ ਧਾਮ। ਤੇ ਰਾਤ ਹੁੰਦਿਆਂ ਹੋਇਆ ਹੀ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਹੜੇ ਅੰਦਰ ਦੇ ਸੇਵਾਦਾਰ ਸਨ ਫੌਜ ਵਿੱਚ, ਉਹਨਾਂ ਦੇ ਘਰ ਜਾ ਕਰਕੇ ਟਿਕਣਾ ਕੀਤਾ। ਖਾਨ ਪਾਨ ਕੀ ਨਸ ਬਿਸਰਾਮ। ਭੋਜਨ ਆਦਿਕ ਪ੍ਰਸ਼ਾਦਾ ਆਦਿਕ ਛਕ ਕਰਕੇ ਆਰਾਮ ਕੀਤਾ ਹੈ ਭਾਈ ਬਿਧੀ ਚੰਦ ਜੀ ਨੇ। ਜਾਗਿਓ ਰਹੀ ਜਾਮ। ਤੇ ਭਾਈ ਬਿਧੀ ਚੰਦ ਜੀ ਅੰਮ੍ਰਿਤ ਵੇਲੇ ਉੱਠੇ ਹਨ। ਸਿਮਰਤ ਸ੍ਰੀ ਸਤਿਗੁਰ ਸਤਨਾਮ। ਸੱਚੇ ਨਾਮ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਨੇ। ਉੱਠਦਿਆਂ ਸਾਰੀ ਸਾਧ ਸੰਗਤ ਜੀ ਗੁਰੂ ਗੁਰੂ ਜਪਣਾ ਚਾਹੀਦਾ ਹੈ। ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਨਾਲੋਂ ਉੱਠਦਿਆਂ ਸਾਰੀ ਮੁਖ ਚੋਂ ਵਾਹਿਗੁਰੂ 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 ਜਪਣਾ ਚਾਹੀਦਾ ਹੈ। ਭਾਈ ਬਿਧੀ ਚੰਦ ਜੀ ਉੱਠੇ ਨੇ ਤੇ ਸਾਧ ਸੰਗਤ ਜੀ ਸਵੇਰੇ ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਨਾਮ ਦਾ ਸਿਮਰਨ ਕਰਦੇ ਹਨ। ਅਰਣੋ ਦੈ ਨਿਕਸਿਓ ਪੁਰ ਛੋਰ। ਇਸ ਤਰ੍ਹਾਂ ਸਵੇਰ ਹੁੰਦਿਆਂ ਹੀ ਤੜਕੇ ਸਵੇਰੇ ਹੀ ਭਾਈ ਬਿਧੀ ਚੰਦ ਜੀ ਨਗਰ ਨੂੰ ਛੱਡ ਗਏ ਹਨ। ਗਇਓ ਤਿਰਨਨ ਕੋ ਸਲਤਾ ਔਰ। ਫਿਰ ਦੂਸਰੇ ਦਿਨ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਨਦੀ ਦੇ ਕਿਨਾਰੇ ਜਾ ਕਰਕੇ ਘਾਹ ਖੋਦਣਾ ਕੀਤਾ ਹੈ। ਮਨ ਕੋ ਹਰਤ ਹਰਤ ਮੁਰਦ ਖੂਬ। ਕਵੀ ਸੰਤੋਖ ਸਿੰਘ ਜੀ ਵੀ ਸਾਧ ਸੰਗਤ ਜੀ ਕਮਾਲ ਦੇ ਵਿਦਵਾਨ ਨੇ। ਸਿਹਾਰੀ ਦੇ ਨਾਲ ਹੀ ਅੱਖਰ ਦਾ ਅਰਥ ਬਦਲ ਦਿੰਦੇ ਨੇ। ਕਮਾਲ ਦੀ ਸਾਧ ਸੰਗਤ ਜੀ ਵਿਦਵਾਨ ਨੇ ਕਵੀ ਸੰਤੋਖ ਸਿੰਘ ਜੀ। ਕਿ ਮਨ ਕੋ ਹਰਤ ਹਰਿਤ ਮ੍ਰਿਦ ਖੂਬ। ਹਰਤ ਦਾ ਭਾਵ ਹੈ ਮਨ ਨੂੰ ਹਰਨ ਵਾਲੀ, ਮਨ ਨੂੰ ਮੋਹਿਤ ਕਰਨ ਵਾਲੀ। ਤੇ ਹਰਿਤ ਦਾ ਭਾਵ ਹੈ ਹਰਾ ਹਰਾ ਜਿਹੜਾ ਘਾਹ ਹੈ। ਇਸ ਤਰ੍ਹਾਂ ਮਨ ਨੂੰ ਮੋਹਿਤ ਕਰਨ ਵਾਲਾ ਜਿਹੜਾ ਹਰਾ ਹਰਾ ਕੋਮਲ ਘਾਹ ਹੈ। ਦੇਖ ਸੁਥਲ ਕੋ ਖੁਰਚਤ ਧੂਬ। ਇਸ ਤਰ੍ਹਾਂ ਘਾਹ ਦੇ ਤਾਈਂ ਭਾਈ ਬਿਧੀ ਚੰਦ ਜੀ ਖੁਰਚਣੇ ਦੇ ਤਾਈਂ ਖੁਰਚ ਰਹੇ ਹਨ। ਖੋਜ ਖੋਜ ਕਰ ਫਿਰ ਸਭ ਠੋਰੀ। ਖੋਜ ਖੋਜ ਕਰਕੇ ਸੋਹਣੇ ਸੋਹਣੇ ਥਾਂ ਤੋਂ ਘਾਹ ਲੈ ਕਰਕੇ ਆ ਰਹੇ ਹਨ। ਖੋਦ ਖੋਦ ਕਰ ਅਖਲ ਬਟੋਰੀ। ਸਾਰੇ ਪਾਸੇ ਅਸਥਾਨ ਨੂੰ ਖੋਦ ਖੋਦ ਕਰਕੇ ਸਾਰੇ ਥਾਂ ਤੇ ਚੰਗੀ ਤਰ੍ਹਾਂ ਵੇਖ ਕਰਕੇ ਘਾਹ ਪੱਠਾ ਲੈ ਕਰਕੇ ਆ ਰਹੇ ਹਨ ਭਾਈ ਬਿਧੀ ਚੰਦ ਜੀ। ਸਿਰ ਧਰ ਕਰ ਪੁਰ ਮਹਿ ਚਲ ਆਇਓ। ਸਿਰ ਦੇ ਉੱਤੇ ਘਾਹ ਪੱਠੇ ਦੀ ਪੰਡ ਬੰਨ ਕਰਕੇ ਆਪਣੇ ਸਿਰ ਦੇ ਉੱਤੇ ਚੁੱਕ ਕਰਕੇ ਨਗਰ ਵਿੱਚ ਲੈ ਕਰਕੇ ਆਏ ਹਨ। ਹੋਰ ਦੁਰਗ ਕੇ ਅਗਰ ਸਿਧਾਇਓ। ਫਿਰ ਦੂਸਰੇ ਦਿਨ ਇਸੇ ਤਰ੍ਹਾਂ ਕੀਤਾ ਹੈ। ਸਾਧ ਸੰਗਤ ਜੀ ਜਿਹੜਾ ਕਿਲਾ ਸੀ ਨਾ, ਉਹਦੇ ਦਰਵਾਜ਼ੇ ਦੇ ਅੱਗੇ ਖੜੇ ਹੋ ਗਏ ਹਨ ਹਰਾ ਹਰਾ ਘਾਹ ਲੈ ਕਰਕੇ। ਵਿਖ ਜੋ ਮੋਲ ਲੈਨ ਹਿਤ ਚਹੈ। ਇਸ ਕਰਕੇ ਜੇ ਕੋਈ ਮਨੁੱਖ ਉਸ ਹਰੇ ਹਰੇ ਘਾਹ ਨੂੰ ਲੈਣ ਦਾ ਯਤਨ ਕਰਦਾ ਹੈ, ਏਕ ਰਜਤ ਪਣ ਦੇਹੁ ਤਿਸ ਕਹੈ। ਉਸਨੂੰ ਕਹਿੰਦਾ ਹੈ ਭਾਈ 1 ਰੁਪਈਏ ਦਾ ਘਾਹ ਹੈ,
ਇਹ ਤੋਂ ਘੱਟ ਮੈਂ ਮੁੱਲ ਨਹੀਂ ਲੈਣਾ। ਨਹਿ ਕੋ ਲੇਤ ਚਲਿਓ ਤਹ ਆਇਓ। ਤੇ ਬਹੁਤਾ ਮਹਿੰਗਾ ਸੌਦਾ ਵੇਖ ਕਰਕੇ ਕੋਈ ਉਸ ਘਾਹ ਦੇ ਤਾਈਂ ਲੈਂਦਾ ਨਹੀਂ ਹੈ। ਜਹਾਂ ਦੁਰਗ ਕੋ ਪੋਰ ਸੁਹਾਇਓ। ਜਿੱਥੇ ਸਾਧ ਸੰਗਤ ਜੀ ਉਸ ਦੁਰਗ ਕਿਲੇ ਦਾ ਜਿਹੜਾ ਦਰਵਾਜ਼ਾ ਸੀ, ਜਬ ਦਿਨ ਬਾਕੀ ਘਟ ਕਾ ਚਾਰੀ। ਜਦੋਂ ਸਾਧ ਸੰਗਤ ਜੀ 4 ਘੜੀਆਂ ਦਿਨ ਰਹਿ ਗਿਆ, ਸੌਂਦੇ ਖਾਨਿਕ ਸਿਓ ਤਬ ਦਵਾਰੀ। ਤੇ ਉਸੇ ਦਰਵਾਜ਼ੇ ਦੇ ਉਸ ਕਿਲੇ ਦੇ ਦਰਵਾਜ਼ੇ ਤੋਂ ਸਹਿੰਦੇ ਖਾਨ ਬਾਹਰ ਨਿਕਲ ਕਰਕੇ ਆਇਆ ਹੈ। ਹਰੋ ਰਹਿਓ ਤ੍ਰਿਣ ਸੀਸ ਉਠਾਏ। ਆਪਣੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕ ਕਰਕੇ ਭਾਈ ਬਿਧੀ ਚੰਦ ਜੀ ਖੜੇ ਰਹੇ ਹਨ। ਧਰ ਉਡੀਕ ਨਿਜ ਦਾਵ ਲਗਾਏ। ਉਡੀਕਦੇ ਸਨ ਸਵੇਰ ਤੋਂ ਹੀ ਕਿ ਕਦੋਂ ਸਹਿੰਦੇ ਖਾਨ ਇਸ ਕਿਲੇ ਤੋਂ ਬਾਹਰ ਨਿਕਲੇ ਤੇ ਮੈਂ ਫਿਰ ਦੁਬਾਰਾ ਘੋੜਿਆਂ ਨੂੰ ਵੇਖਣ ਵਾਸਤੇ, ਘੋੜਿਆਂ ਨੂੰ ਘਾਹ ਪੱਠਾ ਪਾਉਣ ਵਾਸਤੇ ਅੰਦਰ ਨੂੰ ਜਾਵਾਂ। ਵਿਖੇ ਦਰੋਗੇ ਦ੍ਰਿਗ ਤ੍ਰਿਣ ਹਰ ਹਰੇ। ਦਰੋਗੇ ਨੇ ਸਹਿੰਦੇ ਖਾਨ ਨੇ ਫਿਰ ਦੁਬਾਰਾ ਭਾਈ ਬਿਧੀ ਚੰਦ ਵੱਲ ਵੇਖਿਆ ਹੈ ਕਿ ਹਰਾ ਹਰਾ ਘਾਹ ਸਿਰ ਦੇ ਚੁੱਕ ਕਰਕੇ ਉਹਨਾਂ ਨੇ ਸਾਧ ਸੰਗਤ ਜੀ ਰੱਖਿਆ ਹੈ। ਉਚਿਤ ਹਯਨ ਕੇ ਖੈ ਵੇਖਰੇ। ਕਹਿੰਦੇ ਚੰਗਾ ਬੰਦਾ ਹੈ, ਹਰਾ ਹਰਾ ਘਾਹ ਰੋਜ਼ ਲੈ ਕਰਕੇ ਆ ਰਿਹਾ ਹੈ। ਕਰ ਗੁਹਾਰ ਕੋ ਨਿਕਟ ਬੁਲਾਇਓ। ਤੇ ਜਿਹੜੇ ਰਾਜੇ ਦੇ ਘੋੜੇ ਨੇ ਉਹਨਾਂ ਦੇ ਵਾਸਤੇ ਹਰਾ ਹਰਾ ਘਾਹ ਬਹੁਤ ਹੀ ਯੋਗ ਨੇ। ਫਿਰ ਦੁਬਾਰਾ ਆਵਾਜ਼ ਮਾਰੀ ਹੈ, ਭਾਈ ਬਿਧੀ ਚੰਦ ਨੂੰ ਨੇੜੇ ਬੁਲਾਇਆ ਹੈ। ਕੀਨ ਚਿਨਾਰ ਪ੍ਰਥਮ ਇਹੋ ਲਿਆਇਓ। ਇਸ ਤਰ੍ਹਾਂ ਫਿਰ ਵੇਖਿਆ ਹੈ ਕਿ ਇਹੀ ਕਿਹਾ, ਮਨ ਵਿੱਚ ਸੋਚਿਆ ਇਹ ਤਾਂ ਕੱਲ ਦਾ ਹੀ ਬੰਦਾ ਹੈ ਜਿਹੜਾ ਫਿਰ ਦੁਬਾਰਾ ਹਰਾ ਹਰਾ ਘਾਹ ਲੈ ਕਰਕੇ ਆਇਆ ਹੈ। ਸਾਧ ਸਾਧ ਹਰ ਖਾਏ ਬਖਾਨਾ। ਸ਼ਾਬਾਸ਼ ਸ਼ਾਬਾਸ਼, ਸਾਧੋ ਸਾਧੋ, ਇਸ ਤਰ੍ਹਾਂ ਕਹਿਣਾ ਕੀਤਾ ਸਹਿੰਦੇ ਖਾਨ ਨੇ ਭਾਈ ਬਿਧੀ ਚੰਦ ਜੀ ਦੇ ਤਾਈਂ। ਤ੍ਰਿਣ ਸੁਭ ਠੋਰ ਬਟੋਰਤ ਆਨੈ। ਬੜੇ ਸੋਹਣੇ ਥਾਂ ਤੂੰ ਬੜਾ ਚੰਗਾ ਚੰਗਾ ਘਾਹ ਤੂੰ ਲੈ ਕਰਕੇ ਆਉਂਦਾ ਹੈ। ਲੈ ਕਰ ਸੰਗ ਗਇਓ ਹੈ ਪਾਹੀ। ਲੈ ਕਰਕੇ ਨੇ ਭਾਈ ਬਿਧੀ ਚੰਦ ਜੀ ਨੂੰ ਆਪਣੇ ਨਾਲ ਘੋੜਿਆਂ ਵੱਲ, ਜਿਹੜਾ ਘੋੜਿਆਂ ਦਾ ਅਸਬਲ ਸੀ, ਉੱਥੇ ਨਾਲ ਲੈ ਕਰਕੇ ਗਏ ਹਨ। ਪਾਇਓ ਝਾਰ ਚਾਹੇ ਕਰ ਖਾਹੀ। ਫਿਰ ਦੁਬਾਰਾ ਕਹਿਣਾ ਕੀਤਾ ਵੀ ਚੰਗੀ ਤਰ੍ਹਾਂ ਘਾਹ ਨੂੰ ਝਾੜ ਕਰਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਘੋੜੇ ਦੇ ਅੱਗੇ ਪਾਉਣਾ ਕਰ। ਸਾਚੇ ਪਾਤ ਸਹੋ ਕੇ ਕੋਰੇ। ਫਿਰ ਸਾਧ ਸੰਗਤ ਜੀ ਭਾਈ ਬਿਧੀ ਚੰਦ ਨੇ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘੋੜੇ ਨੇ। ਮਨ ਦੇ ਵਿੱਚ ਕਹਿੰਦੇ ਨੇ ਕਿ ਇਹ ਸਤਿਗੁਰੂ ਜੀ ਆਪ ਜੀ ਦੇ ਘੋੜੇ ਨੇ, ਇਹਨਾਂ ਦੀ ਸੇਵਾ ਕਰਨ ਵਾਸਤੇ ਮੈਂ ਆਇਆ ਹਾਂ। ਤੇ ਉਸ ਤਰ੍ਹਾਂ ਉੱਚੀ ਸਾਰੀ ਸਹਿੰਦੇ ਖਾਨ ਦੇ ਸਾਹਮਣੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਦੇ ਘੋੜੇ ਹਨ। ਇਮ ਕਹਿ ਨਮੋ ਕੀਨ ਪਗ ਓਰੇ। ਇਸ ਤਰ੍ਹਾਂ ਕਹਿ ਕਰਕੇ ਘੋੜਿਆਂ ਦੇ ਤਾਈਂ ਮੱਥਾ ਟੇਕਣਾ ਕੀਤਾ ਭਾਈ ਬਿਧੀ ਚੰਦ ਜੀ ਨੇ। ਸਹਿਤ ਦਿਲਾਸੇ ਕਰ ਕੋ ਫੇਰਾ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਘੋੜੇ ਦੇ ਪਿੱਠ ਦੇ ਉੱਤੇ ਭਾਈ ਬਿਧੀ ਚੰਦ ਜੀ ਨੇ ਆਪਣਾ ਹੱਥ ਫੇਰਨਾ ਕੀਤਾ। ਰੁਕ ਕਰ ਫੁਰਕਤ ਪਾਤਿ ਸਵੇਰਾ। ਤੇ ਘੋੜੇ ਵੀ ਸਾਧ ਸੰਗਤ ਜੀ ਜਾਣਦੇ ਨੇ ਕਿ ਸਤਿਗੁਰਾਂ ਦੇ ਘੋੜੇ ਨੇ, ਅੰਦਰਲੀ ਜਾਣਦੇ ਨੇ। ਭਾਈ ਬਿਧੀ ਚੰਦ ਵੱਲ ਵੇਖ ਕਰਕੇ ਫੁਰਾਟੇ ਮਾਰਦੇ ਹਨ। ਜਾਨ ਸਕੁਨ ਸੁਭ ਪੁਨ ਕਰ ਨਮੋ। ਇਸ ਤਰ੍ਹਾਂ ਸਾਧ ਸੰਗਤ ਜੀ ਸੋਹਣਾ ਸਮਾਂ ਜਾਣ ਕਰਕੇ ਇਸ ਤਰ੍ਹਾਂ ਪੁਨ ਕਰਨ ਨਮੋ। ਫਿਰ ਦੁਬਾਰਾ ਭਾਈ ਬਿਧੀ ਚੰਦ ਜੀ ਨੇ ਘੋੜਿਆਂ ਦੇ ਤਾਈਂ ਨਮਸਕਾਰ ਕੀਤੀ। ਬੋਲ ਦਰੋਗੇ ਦੀਏ ਤਿਸ ਸਮੋ। ਦਰੋਗੇ ਨੇ ਸਹਿੰਦੇ ਖਾਨ ਨੇ ਫਿਰ ਦੁਬਾਰਾ 1 ਰੁਪਈਆ ਭਾਈ ਬਿਧੀ ਚੰਦ ਜੀ ਦੇ ਤਾਈਂ ਦੇਣਾ ਕੀਤਾ ਹੈ। ਆਨ ਬਾਜ਼ਾਰ ਟਕੇ ਤਬ ਲੀਨ। ਬਾਜ਼ਾਰ ਵਿੱਚ ਆਏ ਨੇ ਭਾਈ ਬਿਧੀ ਚੰਦ ਜੀ, ਤੇ ਬਾਜ਼ਾਰ ਵਿੱਚ ਆਣ ਕਰਕੇ ਫਿਰ ਉਸੇ ਤਰ੍ਹਾਂ ਹੀ ਜਿਹੜੇ 1 ਰੁਪਈਆ ਸਹਿੰਦੇ ਖਾਨ ਨੇ ਦਿੱਤਾ ਸੀ, ਉਹਦੇ 40 ਟਕੇ ਜਿਹੜੇ ਨੇ ਬਾਜ਼ਾਰ ਤੋਂ ਲਏ ਹਨ। ਹੇਤ ਖਰਾਇਤ ਰੰਕਨ ਦੀਨ। ਤੇ ਖੈਰਾਤ ਦੇ ਵਿੱਚ ਜਿੰਨੇ ਗਰੀਬ ਸਨ ਉਹ ਸਾਰਾ 1 ਰੁਪਈਆ ਜਿਹੜਾ ਸਾਰੇ ਗਰੀਬਾਂ ਦੇ ਵਿੱਚ ਵੰਡ ਦਿੱਤਾ ਹੈ। ਨਹੀਂ ਤੁਰਕ ਘਰ ਕੋ ਕੁਛ ਖਾਊ। ਮਨ ਦੇ ਵਿੱਚ ਇਹ ਭਾਵਨਾ ਹੈ ਕਿ ਤੁਰਕੜਿਆਂ ਦੇ ਘਰ ਦਾ 1 ਰੁਪਈਆ ਵੀ ਨਹੀਂ ਮੈਂ ਪਾਉਣਾ। ਰੁਪਈਆ ਵੀ ਸਾਧ ਸੰਗਤ ਜੀ ਮੈਲਾ ਤੇ ਚੰਗਾ ਹੁੰਦਾ ਹੈ। ਜਿਹੋ ਜੀ ਕੰਮ ਕਰਕੇ ਪੈਸਾ ਬੰਦਾ ਕਮਾਉਂਦਾ ਹੈ, ਉਹੋ ਜੀ ਉਹਦੇ ਬੁੱਧੀ ਦੇ ਉੱਤੇ ਅਸਰ ਪਾਉਂਦਾ ਹੈ। ਜਿਹੋ ਜਿਹੇ ਪੈਸੇ ਦਾ ਧਨ ਕੋਈ ਖਾਂਦਾ ਹੈ, ਉਹੋ ਜਿਹਾ ਹੀ ਸਾਧ ਸੰਗਤ ਜੀ ਬੁੱਧੀ ਦੇ ਉੱਤੇ ਅਸਰ ਹੁੰਦਾ ਹੈ। ਲੂਣ ਹਰਾਮੀ ਖਾਏ ਕਹਾਊ। ਕਹਿੰਦੇ ਇਹਨਾਂ ਦੇ ਘਰ ਦਾ
1 ਰੁਪਈਆ ਵੀ ਮੈਂ ਖਾਵਾਂਗਾ ਨਹੀਂ ਤੇ ਨਾ ਹੀ ਮੈਂ ਇਹਨਾਂ ਦਾ ਲੂਣ ਹਰਾਮੀ ਕਹਾਵਾਂਗਾ। ਮੈਂ ਗੁਰ ਹੇਤ ਲਿਜਾਨੋ ਘੋਰਾ। ਮੈਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਸਤੇ ਘੋੜੇ ਲੈਣ ਵਾਸਤੇ ਮੈਂ ਆਇਆ ਹਾਂ। ਅਚੋ ਨਾ ਬਦਨ ਸਹੋ ਕੋ ਥੋਰਾ। ਕਹਿੰਦੇ ਬਾਦਸ਼ਾਹ ਦੇ 1 ਰੁਪਈਆ ਵੀ ਨਹੀਂ ਮੈਂ ਖਾਵਾਂਗਾ। ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਕਹਿ ਰਹੇ ਹਨ। ਤਨਕ ਪਾਪ ਪੀ ਜੋ ਕਿਰਤ ਮਾਹੀ। ਜੇ ਥੋੜਾ ਜਿੰਨਾ ਵੀ ਜੇ ਪਾਪ ਦੀ ਕਮਾਈ ਹੋਵੇ ਨਾ, ਜੇ ਪਾਪ ਦੀ ਕਮਾਈ ਦੇ ਨਾਲ ਜਿਹੜਾ ਪੈਸਾ ਇਕੱਠਾ ਕੀਤਾ ਹੈ ਉਹਦੇ ਨਾਲ ਬੁੱਧੀ ਜਿਹੜੀ ਹੈ ਭ੍ਰਸ਼ਟ ਹੁੰਦੀ ਹੈ। ਇਸੇ ਕਰਕੇ ਸਾਧ ਸੰਗਤ ਜੀ ਗੁਰੂ ਘਰ ਦਾ ਸਿਧਾਂਤ ਹੈ ਕਿ ਗੁਰੂ ਦੇ ਸਿੱਖ ਨੇ 10 ਨੋਹਾਂ ਦੀ ਕਿਰਤ ਕਰਨੀ ਹੈ। ਆਪਣੇ ਹੱਥਾਂ ਦੀ ਕਿਰਤ ਕਰਕੇ ਸਾਧ ਸੰਗਤ ਜੀ ਮਿਹਨਤ ਕਰਕੇ ਫਿਰ ਉਹਦੇ ਵਿੱਚੋਂ ਦਸਵੰਧ ਦੇਣਾ ਹੈ ਗੁਰੂ ਘਰ ਨੂੰ। ਇਸ ਤਰ੍ਹਾਂ ਗੁਰੂ ਘਰ ਦੇ ਵੱਡੇ ਸਿਧਾਂਤ ਨੇ। ਜੋ ਵੀ ਆਪਾਂ ਸਾਧ ਸੰਗਤ ਜੀ ਗਲਤ ਕਮਾਈ ਕਰਕੇ ਪਾਪ ਕਰਕੇ ਜਿੰਨਾ ਕੁ ਪੈਸਾ ਇਕੱਠਾ ਕਰਾਂਗੇ ਉਹ ਪੈਸੇ ਵਿੱਚੋਂ ਕਲੇਸ਼ ਹੀ ਪੈਦਾ ਹੋਣਗੇ। ਸੁਮਤ ਵਿਚਾਰਤ ਕਰ ਹੈ ਸੁਨਾਹੀ। ਜਿਹੜੇ ਸ੍ਰੇਸ਼ਟ ਮਤ ਵਾਲੇ ਹਨ ਉਹ ਇਸ ਦੀ ਵਿਚਾਰ ਕਰਦੇ ਨੇ ਕਿ ਇਹ ਪੈਸਾ ਕਿੱਥੋਂ ਦਾ ਹੈ। ਇਹ ਪੈਸਾ ਕਿਤੇ ਪਾਪ ਦੀ ਕਮਾਈ ਤਾਂ ਨਹੀਂ, ਇਹ ਪੈਸਾ ਵੱਲ ਛਲ ਕਰਕੇ ਇਕੱਠਾ ਕੀਤਾ ਤਾਂ ਨਹੀਂ, ਇਹ ਪੈਸਾ ਜਿਹਦੇ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਇਸ ਪੈਸੇ ਦਾ ਭੂਤ ਲੁੱਟ ਕਰਕੇ ਜਾਂ ਕਿਸੇ ਕਈ ਤਰ੍ਹਾਂ ਦੇ ਸਾਧ ਸੰਗਤ ਜੀ ਵੱਖੋ ਵੱਖਰੇ ਪਾਪ ਕਰਕੇ ਇਹ ਪੈਸੇ ਤਾਂ ਨਹੀਂ ਨਾ ਕਿਤੇ ਇਕੱਠੇ ਕੀਤੇ ਹੋਏ ਨੇ। ਇਸ ਤਰ੍ਹਾਂ ਜਿਹੜੇ ਸਿਆਣੇ ਮਤ ਵਾਲੇ ਨੇ ਇਸ ਦੀ ਵਿਚਾਰ ਕਰਦੇ ਹਨ। ਕਰ ਹੰਕਾਰ ਸਹੋ ਬੜ ਜੋਰਾ। ਜਿਹੜਾ ਸ਼ਾਹਜਹਾਨ ਬਾਦਸ਼ਾਹ ਹੈ ਬਹੁਤ ਹੰਕਾਰੀ ਹੈ। ਛਿਨਿਓ ਪ੍ਰਥਮ ਗੁਰੂ ਕੋ ਕੋਰਾ। ਇਹਨੇ ਪਹਿਲਾਂ ਇਹ ਜਿਹੜੇ ਕਾਬਲ ਦੀ ਸੰਗਤਾਂ ਪਾਸੋਂ ਜਿਹੜੇ ਕਾਬਲ ਦੀਆਂ ਸੰਗਤਾਂ ਘੋੜੇ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰਨ ਵਾਸਤੇ ਆਈਆਂ ਸਨ। ਇਹਦੇ ਸਾਧ ਸੰਗਤ ਜੀ ਸੈਨਾ ਨੇ, ਇਹਦੀ ਫੌਜ ਨੇ ਬੜੀ ਚਲਾਕੀ ਦੇ ਨਾਲ ਖੋਟ ਕਰਕੇ ਦੋਵੇਂ ਘੋੜੇ ਜਿਹੜੇ ਨੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਮੈਂ ਬੁੱਧ ਬਲ ਕਰ ਪਲਟਾ ਲੈ ਹੂੰ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਮੈਂ ਹੁਣ ਆਪਣੀ ਅਕਲ ਦੀ ਸਿਆਣਪ ਦੇ ਨਾਲ ਜਿਹੜੇ ਦੋਵੇਂ ਘੋੜੇ ਨੇ ਨਾ ਗੁਰੂ ਘਰ ਦੇ, ਜਿਹੜੀ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਵਾਸਤੇ ਜਿਹੜੀ ਚੀਜ਼ ਲੈ ਕਰਕੇ ਆਏ ਨੇ ਉਹ ਸਾਧ ਸੰਗਤ ਦੀ ਚੀਜ਼ ਉਹ ਵਸੋਂ ਗੁਰੂ ਘਰ ਹੀ ਪਹੁੰਚਣੀ ਚਾਹੀਦੀ ਹੈ। ਇਸ ਕਰਕੇ ਮੈਂ ਹੁਣ ਇਸ ਦਾ ਬਦਲਾ ਸ਼ਾਹਜਹਾਂ ਰਾਜੇ ਪਾਸੋਂ ਲਵਾਂਗਾ। ਮਹਾ ਤੁਰੰਗ ਜਾਏ ਕਰਦਾ ਹੂੰ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਵੱਡੇ ਸਿਆਣੇ ਘੋੜੇ ਨੇ ਨਾ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੈਂ ਜਾ ਕਰਕੇ ਅਰਪਣ ਕਰਾਂਗਾ। ਰਾਖਨ ਕੋ ਸਮਰੱਥ ਗੁਰ ਪੂਰੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਰਬ ਕਲਾ ਸਮਰੱਥ ਹਨ ਰੱਖਿਆ ਕਰਨ ਵਿੱਚ। ਹੱਥ ਹੈ ਸ਼ਤਰੂ ਚੜ ਕਰ ਅਸਰੂਰੇ। ਬੜੇ ਛੇਤੀ ਦੇ ਨਾਲ ਇਹਨਾਂ ਘੋੜਿਆਂ ਤੇ ਚੜ ਕਰਕੇ ਸਮੂਹ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਨਾਸ਼ ਕਰਨਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਇਤਿਆਦਿਕ ਵਿਚਾਰ ਕਰ ਉਰਮੈ। ਇੰਨੇ ਕੁ ਸਾਧ ਸੰਗਤ ਜੀ ਵਿਚਾਰਾਂ ਆਪਣੇ ਮਨ ਦੇ ਵਿੱਚ ਭਾਈ ਬਿਧੀ ਚੰਦ ਜੀ ਕਰ ਰਹੇ ਹਨ। ਘਰ ਜੀਵਨ ਕੇ ਜਾਏ ਤਿਮਰ ਮੈਂ। ਤੇ ਹਰਾਤ ਦੇ ਹਨੇਰੇ ਵਿੱਚ ਭਾਈ ਜੀਵਨ ਜੀ ਦੇ ਘਰ ਦੇ ਵਿੱਚ ਜਾ ਕਰਕੇ ਟਿਕਣਾ ਕਰਦੇ ਹਨ। ਖਾਨ ਪਾਨ ਕਰ ਨਿਸਾ ਬਿਤਾਵੈ। ਭੋਜਨ ਪ੍ਰਸ਼ਾਦਾ ਛਕ ਕਰਕੇ ਰਾਤ ਬਤੀਤ ਕਰਦੇ ਹਨ। ਅਰਣੋਦੈ ਕਰ ਵਹਿਰ ਸਿਧਾਵੈ। ਤੇ ਸਵੇਰੇ ਵੱਡੇ ਤੜਕੇ ਹੀ ਉੱਠ ਕਰਕੇ ਸਾਧ ਸੰਗਤ ਜੀ ਨਦੀ ਦੇ ਕਿਨਾਰੇ ਜਾਣਾ ਕਰਦੇ ਹਨ। ਦਿਵਸ ਰਹੇ ਜਬ ਘਟਕਾ ਚਾਰੀ। ਜਦੋਂ 4 ਘੜੀਆਂ ਦਿਨ ਰਹਿੰਦਾ ਹੈ ਤਿਰਣ ਲੈ ਪਹੁੰਚੈ ਪੋਰ ਅਗਾਰੀ। ਫਿਰ ਘਾਹ ਲੈ ਕਰਕੇ ਇਸ ਤਰ੍ਹਾਂ ਕਿਲੇ ਦੇ ਸਾਹਮਣੇ ਖੜੇ ਹੋ ਜਾਂਦੇ ਹਨ ਭਾਈ ਬਿਧੀ ਚੰਦ ਜੀ। ਇੱਕ ਉੱਤਮ ਕੋ ਲੇਤ ਦਰੋਗਾ। ਵੇਖ ਕਰਕੇ ਹਰਾ ਹਰਾ ਘਾਹ ਜਿਹੜਾ ਸਹਿੰਦੇ ਖਾਨ ਦਰੋਗਾ ਹੈ ਉਹ ਰੋਜ਼ ਹੀ ਸਾਧ ਸੰਗਤ ਜੀ ਭਾਈ ਬਿਧੀ ਚੰਦ ਜੀ ਪਾਸੋਂ ਘਾਹ ਲੈ ਲੈਂਦੇ ਹਨ। ਕਰ ਹੈ ਸਰਾਹਨ ਸਗਰੇ ਲੋਗਾ। ਸਾਰੇ ਜਿਹੜੇ ਲੋਕ ਨੇ ਸਾਧ ਸੰਗਤ ਸਹਿੰਦੇ ਖਾਨ ਦੇ ਨਾਲ ਉਹ ਬਹੁਤ ਹੀ ਸਲਾਹੁਣਾ ਕਰਦੇ ਹਨ। ਜਬ ਹੈ ਦਿਵਸ ਖਟ ਸਪਤ ਬਿਤਾਏ। ਜਦੋਂ 6-7 ਦਿਨ ਇਸ ਤਰ੍ਹਾਂ ਬਤੀਤ ਹੋਏ ਹਨ। ਹੈ ਬੋਲੇ ਪਿਕ ਘਾਸ ਲਿਜਾਏ। ਇਸ ਤਰ੍ਹਾਂ ਸਾਧ ਸੰਗਤ ਜੀ ਘੋੜੇ ਦਾ ਨਾਮ ਲੈ ਕਰਕੇ ਭਾਈ ਬਿਧੀ ਚੰਦ ਜੀ ਸਾਧ ਸੰਗਤ ਜੀ ਘਾਹ ਜਿਹੜਾ ਹਰਾ ਹਰਾ ਉਹ ਲੈ ਕਰਕੇ ਜਾਂਦੇ ਹਨ ਕਿਲੇ ਦੇ ਵਿੱਚ। ਇਸ ਤਰ੍ਹਾਂ ਚਲਾਕੀ ਦੇ ਨਾਲ ਮਿੱਠੇ ਮਿੱਠੇ ਬੋਲ ਬਚਨਾਂ ਨੂੰ ਕਰ ਕਰਕੇ ਭਾਈ ਬਿਧੀ ਚੰਦ ਜੀ ਦੋਵੇਂ ਘੋੜੇ ਜਿਹੜੇ ਨੇ ਉਹ ਸਾਧ ਸੰਗਤ ਰਾਜਾ ਦੇ ਇਸ ਤਰ੍ਹਾਂ ਕਬਜ਼ੇ ਤੋਂ ਛੁਡਾਉਣਗੇ
ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਨਗੇ, ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕਰਨਗੇ। ਇੱਥੇ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਦੇਤ ਦਿਲਾਸੋ ਨਿਤ ਕਰ ਫੇਰ ਹੈ, ਸੌਂਦੇ ਖਾਕ ਹਰ ਖਤ ਹਿਤ ਹੇਰ ਹੈ। ਬੂਝਤ ਨਾਮ ਬਤਾਵੋ ਮੋਹੀ, ਰਹਿ ਕੇ ਨਹੀਂ ਰਾਖਹਿ ਤੋਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ